ਪ੍ਰੋਗਰਾਮ ਕਿਸਾਨ ਬਾਣੀ ਸੁਣ ਰਹੇ ਸਾਰੇ ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਨੂੰ ਮੇਰੇ ਕੰਵਲਜੀਤ ਸਿੰਘ ਕੁਟੀ ਵੱਲੋਂ ਸਤਿ ਸ੍ਰੀ ਅਕਾਲ। ਕਿਸਾਨ ਵੀਰੋ, ਤੁਹਾਨੂੰ ਪਤਾ ਹੈ ਕਿ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਆਪਾਂ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ। ਅਤੇ ਜੇ ਆਪਾਂ ਦੇਖੀਏ ਤਾਂ ਆਪਣਾ ਜਿਹੜਾ ਇਹ ਖੇਤਰ ਹੈ, ਚਾਹੇ ਬਠਿੰਡਾ, ਮਾਨਸਾ, ਸ਼੍ਰੀ ਮੁਕਤਸਰ ਸਾਹਿਬ, ਫਰੀਦਕੋਟ ਦਾ, ਇਸ ਖੇਤਰ ਦੇ ਵਿੱਚ ਕਾਫੀ ਰਕਬਾ ਹੈ ਜਿਹੜਾ ਉਹ ਨਰਮੇ ਦੀ ਫਸਲ ਦੇ ਹੇਠਾਂ ਹੁੰਦਾ। ਅਤੇ ਇੱਕ ਮੁੱਖ ਫਸਲ ਵੀ ਹੈ ਕਈ ਪਿੰਡਾਂ ਦੇ ਵਿੱਚ ਤਾਂ ਜਿਹੜਾ ਨਰਮਾ ਹੈ। ਤਾਂ ਨਰਮੇ ਦੇ ਉੱਪਰ ਗੁਲਾਬੀ ਸੁੰਡੀ ਦਾ ਜਿਹੜਾ ਹਮਲਾ ਹੈ, ਉਹਦਾ ਸਹਿਮ ਕਿਸਾਨ ਵੀਰਾਂ ਦੇ ਵਿੱਚ ਬੜਾ ਪਾਇਆ ਜਾਂਦਾ। ਅਤੇ ਅੱਜ ਇਸੇ ਵਿਸ਼ੇ 'ਤੇ ਗੱਲਬਾਤ ਕਰਨ ਲਈ, ਇੱਕ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਖੇਤੀ ਮਾਹਰ ਮੌਜੂਦ ਨੇ ਡਾਕਟਰ ਸਤਨਾਮ ਸਿੰਘ ਜੀ, ਜਿਹੜੇ ਕਿ ਬਤੌਰ ਕੀਟ ਵਿਗਿਆਨੀ ਖੇਤਰੀ ਖੋਜ ਕੇਂਦਰ ਫਰੀਦਕੋਟ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਤਾਂ ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੀ। ਧੰਨਵਾਦ ਜੀ, ਥੈਂਕ ਯੂ। ਇਸ ਤੋਂ ਇਲਾਵਾ ਕਿਸਾਨਾਂ ਦਾ ਪੱਖ ਰੱਖਣ ਦੇ ਲਈ ਮੇਰੇ ਨਾਲ ਸਰਦਾਰ ਨਵਜੋਤ ਸਿੰਘ ਹਾਜ਼ਰ ਨੇ ਸਟੂਡੀਓ ਦੇ ਵਿੱਚ, ਜਿਨ੍ਹਾਂ ਦਾ ਪਿੰਡ ਨਈਆਂ ਵਾਲਾ ਹੈ ਅਤੇ ਇਹ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਨਰਮੇ ਦੀ ਕਾਸ਼ਤ ਕਰ ਰਹੇ ਆ। ਤਾਂ ਸਾਡੇ ਅੱਜ ਦੇ ਦੋਵੇਂ ਮਹਿਮਾਨਾਂ ਦਾ ਮੈਂ ਸਵਾਗਤ ਕਰਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਅਤੇ ਸਭ ਤੋਂ ਪਹਿਲਾਂ ਨਵਜੋਤ ਸਿੰਘ ਜੀ, ਤੁਹਾਨੂੰ ਪੁੱਛ ਲਈਏ ਕਿ ਕਿੰਨਾ ਕੁ ਰਕਬਾ ਜਿਹੜਾ ਉਹ ਤੁਸੀਂ ਨਰਮੇ ਦੇ ਹੇਠਾਂ ਲਿਆਂਦਾ ਹੋਇਆ, ਕਿੰਨੇ ਕੁ ਸਮੇਂ ਤੋਂ ਨਰਮੇ ਦੀ ਖੇਤੀ ਕਰ ਰਹੇ ਹੋ? ਹਾਂਜੀ, ਪਹਿਲਾਂ ਤਾਂ ਸਾਰੇ ਕਿਸਾਨ ਵੀਰ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ। ਅਤੇ ਸਾਰਾ ਮੇਰੇ ਕੋਲ ਲਾਸਟ ਈਅਰ 5 ਸਾਲਾਂ ਤੋਂ ਮੈਂ ਖੇਤੀ ਕਰ ਰਿਹਾ ਨਰਮੇ ਦੀ। ਜੀ। ਅਤੇ ਮੇਰੇ ਕੋਲ 5 ਏਕੜ ਆ ਜੀ ਨਰਮੇ ਦਾ ਰਕਬਾ। ਜੀ। ਐਗਤੀ ਸਾਲ ਵੀ 5 ਆ ਅਤੇ ਪਿੱਛੇ ਵੀ 5 ਦੀ ਚੱਲ ਰਿਹਾ। ਜੀ। ਤਾਂ ਪਿਛਲੇ 5-6 ਸਾਲਾਂ ਤੋਂ ਤੁਸੀਂ ਕਰ ਰਹੇ ਹੋ ਅਤੇ ਰਕਬਾ ਜਾਨੀ ਓਨਾ ਹੀ ਆ, ਵਧਾਇਆ ਨਹੀਂ? ਨਹੀਂ ਵਧਾਇਆ ਨਹੀਂ, ਘਰ ਵਾਲਾ ਵਾਹ ਨਹੀਂ ਉਨਾ ਹੀ ਆ ਜੀ। ਠੀਕ ਹੈ ਜੀ। ਅਤੇ ਡਾਕਟਰ ਸਾਹਿਬ, ਆਪਾਂ ਵਿਸ਼ੇ 'ਤੇ ਆਉਂਦੇ ਹਾਂ, ਜਿਵੇਂ ਨਰਮੇ 'ਤੇ ਗੁਲਾਬੀ ਸੁੰਡੀ ਦਾ ਹਮਲਾ ਜਿਹੜਾ ਉਹਦੀ ਕੀ ਸਥਿਤੀ ਹੈ, ਉਹਦੇ ਬਾਰੇ ਸਾਡੇ ਕਿਸਾਨ ਵੀਰਾਂ ਨੂੰ ਦੱਸੋ। ਸਹਿਮ ਬਹੁਤ ਹੈ ਜੀ, ਜਿਵੇਂ ਨਾ ਸੱਪ ਤੋਂ ਡਰ ਲੱਗਦਾ ਹੁੰਦਾ, ਕਿਸਾਨ ਵੀਰਾਂ ਨੂੰ ਇਸ ਤਰ੍ਹਾਂ ਗੁਲਾਬੀ ਸੁੰਡੀ ਤੋਂ ਡਰ ਲੱਗਦਾ ਹੈ। ਬਿਲਕੁਲ ਜੀ, ਇਹ ਤੁਹਾਡੀ ਗੱਲ ਬਿਲਕੁਲ ਦੁਰਸਤ ਹੈ ਕਿ ਇਸ ਵਕਤ ਜੋ ਸਾਡੇ ਕੋਲ ਵੀ ਜਿਹੜੇ ਕਿਸਾਨ ਸਾਡੇ ਨਾਲ ਸੰਪਰਕ 'ਚ ਨੇ, ਉਹਨਾਂ 'ਚ ਸਹਿਮ ਬਹੁਤ ਹੈ, ਡਰ ਬਹੁਤ ਹੈ ਜੀ। ਜਦੋਂ ਵੀ ਸਾਨੂੰ ਕਿਤੇ ਕੋਈ ਕਿਸਾਨ ਜਿਹੜਾ ਇਹਦੇ ਬਾਰੇ ਪੁੱਛਦਾ ਹੈ, ਅਸੀਂ ਉਹਨਾਂ ਨੂੰ ਹਮੇਸ਼ਾ ਇਹੀ ਗੱਲ ਕਰਦੇ ਹਾਂ ਕਿ ਤੁਸੀਂ ਆਪਣਾ ਜਿਹੜਾ ਪਿਛੋਕੜ ਹੈ ਉਹਦੇ 'ਤੇ ਝਾਤੀ ਮਾਰੋ ਜੀ। ਤੁਸੀਂ 2007 'ਚ ਮੀਲੀ ਬਗ ਦੀ ਬਹੁਤ ਵੱਡੀ ਸਮੱਸਿਆ ਆਈ ਸੀ ਨਰਮੇ 'ਚ, ਕਿਸਾਨਾਂ ਨੇ 1 ਸਾਲ 'ਚ ਹੀ ਉਹਦਾ ਜਿਹੜਾ ਹੈ ਉਹਦਾ ਹੱਲ ਜਿਹੜਾ ਉਹ ਕਰਤਾ ਸੀਗਾ ਜੀ। ਉਸ ਤੋਂ ਬਾਅਦ 2015 ਦੀ ਗੱਲ ਕਰੋ, ਜਦੋਂ ਕਿ ਚਿੱਟੇ ਮੱਛਰ ਦਾ ਹਮਲਾ ਆਇਆ ਸੀ ਜੀ। ਉਸ ਟਾਈਮ ਵੀ ਕਿਸਾਨਾਂ ਨੇ ਹਮਲਾ ਮਾਰ ਕੇ ਇਹਨੂੰ ਬਿਲਕੁਲ ਬਿਲਕੁਲ ਨਿਜਾਤ ਪਾਤੀ ਸੀ। ਅੱਜ ਤੱਕ ਚਿੱਟੇ ਮੱਛਰ ਦਾ ਇਹੋ ਜਿਹਾ ਹਮਲਾ ਕਿਤੇ ਨਹੀਂ ਹੈ ਜੀ। ਇਸ ਤਰ੍ਹਾਂ ਹੀ ਗੁਲਾਬੀ ਸੁੰਡੀ ਹੈ। ਦੇਖੋ ਜੀ, ਗੁਲਾਬੀ ਸੁੰਡੀ ਦਾ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਹੁਣ ਇਹ ਜਿਹੜੀਆਂ ਆਪਣਾ ਨਰਮਾ ਆ ਰਿਹਾ, ਇਹਦੇ 'ਚ 2 ਜੀਨ ਸੀਗੇ ਜੀ, 2 ਮਤਲਬ ਜ਼ਹਿਰ ਸੀਗੇ, ਬੀਟੀ ਜ਼ਹਿਰ ਜਿਹਨੂੰ ਕਹਿੰਦੇ ਜੀ। ਇਹ ਕੀੜਾ ਖਾਲੀ ਤੇ ਖਾਲੀ ਜ਼ਿਆਦਾਤਰ ਨਰਮੇ 'ਤੇ ਹੀ ਰਹਿੰਦਾ ਹੈ ਜੀ। ਇਹ ਨਰਮੇ ਦੀ ਇਹਦੀ ਖੁਰਾਕ ਹੈਗੀ ਹੈ, ਪਿੰਡੀ ਤੇ ਮਾੜਾ ਮੋਟਾ ਕਿਤੇ ਆਉਂਦਾ ਜੀ। ਤੁਸੀਂ ਇਹ ਦੇਖੋ 2002 'ਚ ਆਪਣੇ ਹਿੰਦੁਸਤਾਨ 'ਚ ਬੀਟੀ ਜਿਹੜਾ ਉਹ ਪ੍ਰਮਾਣਿਤ ਕੀਤਾ ਸੀ ਕਿ ਤੁਸੀਂ ਬੀਟੀ ਦੀ ਕਾਸ਼ਤ ਕਰ ਸਕਦੇ ਹੋ ਜੀ। ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤੇ 2005 'ਚ ਇਹਦੀ ਆਈ। 2005 ਤੋਂ ਅੱਜ ਤੱਕ ਲੈ ਕੇ ਤੁਸੀਂ ਇਹ ਦੇਖੋ ਜੀ, ਇਹ ਹੈਗੇ ਆਪਣਾ ਜਿਹੜਾ 17-18 ਸਾਲ ਦਾ ਜਿਹੜਾ ਹੈਗਾ ਉਹ ਗੈਪ ਹੈ ਜੀ। ਉਹਦੇ ਵਿੱਚ ਕੀ ਹੈ ਕਿ ਇਹ ਗੁਲਾਬੀ ਸੁੰਡੀ ਜਿਹੜੀ ਹੈ, ਇਹ ਹੌਲੀ ਹੌਲੀ ਇਹਨੇ ਸਹਿਨਸ਼ੀਲਤਾ ਜਿਹੜੀ ਹੈ ਇਸ ਜ਼ਹਿਰ ਨੂੰ, ਕਿਉਂਕਿ ਇਹਨੇ ਆਪਣੀ ਹੋਂਦ ਬਚਾਉਣੀ ਸੀਗੀ ਜੀ। ਤੁਸੀਂ ਬਿਲਕੁਲ ਇਹ ਦੇਖੋ ਕਿ ਜਿਹੜਾ ਕੋਈ ਬੰਦਾ ਨਵਾਂ ਜਿਹੜਾ ਡੰਡ ਮਾਰਨੇ ਸ਼ੁਰੂ ਕਰ ਦੇਵੇ ਤੇ ਦੂਜੇ ਦਿਨ ਉਹਨੂੰ ਪੀੜਾਂ ਸ਼ੁਰੂ ਹੋ ਜਾਂਦੀਆਂ ਨੇ, ਇਹਨੂੰ ਕਹਿੰਦੇ ਆ ਫਿਟਨੈਸ ਕਾਸਟ। ਮਤਲਬ ਉਹਨੂੰ ਉਹਦਾ ਖਾਮਿਆਜ਼ਾ ਭੁਗਤਣਾ। ਇਹ ਜਿਹੜੀ ਗੁਲਾਬੀ ਸੁੰਡੀ ਹੈ, ਇਹ ਪਿਛਲੇ 17-18 ਸਾਲਾਂ ਤੋਂ ਬੀਟੀ ਜਿਹੜੀ ਜ਼ਹਿਰ ਹੈ ਉਹਦਾ ਖਾਮਿਆਜ਼ਾ ਭੁਗਤ ਕੇ ਹੁਣ ਇਸ ਤਰੀਕੇ ਨਾਲ ਬਾਹਰ ਆਈ ਹੈ ਕਿ ਇਹਨੂੰ ਹੁਣ ਬੀਟੀ ਜ਼ਹਿਰ ਕੁਛ ਨਹੀਂ ਕਹਿੰਦੀ ਜੀ। ਇਹ ਸਹਿਨਸ਼ੀਲ ਹੋ ਗਈ ਹੈ ਬਿਲਕੁਲ ਜੀ ਬੀਟੀ ਜ਼ਹਿਰ ਜੀ। ਬੀਟੀ ਜ਼ਹਿਰਾਂ ਵੀ 2 ਹੀ ਅਜੇ ਤੱਕ ਆਪਣੇ ਕੋਲ, 2 ਜੀਨਸ ਨੇ, ਦੋਨੋਂ ਜੀਨ ਇਹ ਬਿਲਕੁਲ ਉਹਨਾਂ ਨੂੰ ਸਹਿਨ ਕਰ ਗਈ। ਹੁਣ ਸਥਿਤੀ ਇਹ ਹੈ ਕਿ ਇਹ ਮੰਨਣਾ ਪੈਣਾ ਹੈ ਕਿ ਨਰਮੇ 'ਤੇ ਜਿਹੜਾ ਇਹਦਾ ਹਮਲਾ ਹੈ ਜੀ। ਜੋ ਕਰੰਟ ਸਿਚੁਏਸ਼ਨ ਹੈ, ਮੈਂ ਇਹ ਨਹੀਂ ਕਹਿ ਸਕਦਾ ਕਿ ਨਰਮੇ 'ਤੇ ਹਮਲਾ ਹੈ ਨਹੀਂ, ਕਿਉਂਕਿ ਅਸੀਂ ਪਿਛਲੇ ਸਾਲ ਦੇਖਿਆ ਹੀ ਹੈ ਕਿ ਬਠਿੰਡਾ ਤੇ ਮਾਨਸਾ ਜ਼ਿਲ੍ਹਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਰਹੇ ਹੈ ਜੀ। ਅਤੇ ਇਸ ਵਕਤ ਜਿਹੜੀ ਸਿਚੁਏਸ਼ਨ ਹੈ, ਇਹਨੂੰ ਹਮਲਾ ਨਰਮੇ ਨੂੰ ਹੈ, ਬਟ ਇਹਦਾ ਇਹ ਹੈ ਕਿ ਇਹ ਨਹੀਂ ਹੈ ਕਿ ਇਹਦਾ ਕੰਟਰੋਲ ਨਹੀਂ ਕੀਤਾ ਜਾ ਸਕਦਾ ਜੀ। ਸਾਡੇ ਕੋਲ ਪੂਰੇ ਇਹਦੇ ਵਾਸਤੇ ਕਿਸਾਨ ਸੁਚੇਤ ਹੋ ਜਾਣ ਜੀ, ਹੁਸ਼ਿਆਰ ਹੋ ਜਾਣ, ਆਪਣੇ ਖੇਤਾਂ ਦਾ ਪ੍ਰੋਪਰ ਤਰੀਕੇ ਨਾਲ ਜਿਹੜਾ ਸਹੀ ਤਰੀਕੇ ਨਾਲ ਸਰਵੇਖਣ ਕਰਨ। ਉਹ ਅਸੀਂ ਗੱਲਾਂ 'ਤੇ ਅੱਗੇ ਆਵਾਂਗੇ, ਬਟ ਮੈਂ ਇਹ ਕਹਾਂਗਾ ਇਸ ਵਕਤ ਜੋ ਸਿਚੁਏਸ਼ਨ ਹੈਗੀ ਹੈ ਕਿ ਨਰਮੇ 'ਚ ਜਿਹੜੀ ਹੈ ਉਹ ਸਮੱਸਿਆ ਹੈਗੀ ਹੈ।
ਇਹਦੇ ਵਿੱਚ ਮੈਂ ਇੱਕ ਹੋਰ ਗੱਲ ਕਹਾਂਗਾ ਜਿਹੜੀ ਜ਼ਰੂਰੀ ਹੈਗੀ ਹੈ ਜੀ ਕਿ ਨਰਮਾ ਇਹਦਾ ਜੀਵਨ ਚੱਕਰ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਠੀਕ ਹੈ ਜੀ। ਇਹਦਾ ਜੀਵਨ ਚੱਕਰ ਦੋ ਕਿਸਮ ਦਾ ਜੀਵਨ ਚੱਕਰ ਹੈ, ਇੱਕ ਹੈ ਸਰਦੀ ਰੁੱਤ ਦਾ, ਇੱਕ ਹੈ ਗਰਮੀ 'ਚ। ਗਰਮੀ 'ਚ ਇਹਦਾ ਜਿਹੜਾ ਜੀਵਨ ਚੱਕਰ ਆ ਉਹ ਹੈਗਾ ਨਰਮੇ 'ਤੇ। ਜਦੋਂ ਨਰਮੇ 'ਤੇ ਇੱਕ ਵਾਰੀ ਫੁੱਲ 'ਤੇ ਅੰਡਾ ਦੇਤਾ, ਉਹਦਾ ਫਿਰ ਜੀਵਨ, ਉਹ ਅੰਡੇ ਨੇ ਜਿਹੜਾ ਹੈਗਾ ਫੁੱਲ ਨੂੰ ਖਾਣਾ ਹੈ, ਫਿਰ ਉਹਨੇ ਵਡੇਵੇਂ 'ਚ ਵੜ ਜਾਣਾ ਹੈ, ਇਹਦੇ 'ਚ ਟਿੰਡੇ 'ਚ ਵੜ ਜਾਣਾ, ਉੱਥੇ ਵਡੇਵੇਂ ਖਾਣੇ ਹੈ। ਇੱਦਾਂ ਹੀ ਆਪਣਾ ਅਕਤੂਬਰ ਤੱਕ ਜੀਵਨ ਚੱਕਰ ਇਹਦਾ ਇੱਦਾਂ ਹੀ ਚੱਲਦਾ ਰਿਹਾ, ਪੂਰਾ ਕਰਦਾ। ਅਕਤੂਬਰ ਤੋਂ ਬਾਅਦ ਜਦੋਂ ਠੰਡ ਪੈ ਗਈ ਜੀ, ਇਹਨੇ ਜਿਹੜਾ ਹੈ ਇਹਨੇ ਆਪਣੀ ਇੱਕ ਅਵਸਥਾ ਕਹਿੰਦੇ ਆ ਸੁਸਤ ਅਵਸਥਾ ਚਲਾ ਜਾਂਦਾ ਹੈ। ਠੀਕ ਹੈ ਜੀ। ਉਸ ਅਵਸਥਾ ਵਿੱਚ ਇਹ ਨਾ ਕੁਝ ਖਾਂਦਾ ਨਾ ਕੁਝ ਪੀਂਦਾ, ਬਿਲਕੁਲ ਸੁਸਤ, ਕੋਈ ਆਪਣੇ ਜੀਵਨ ਦੀ ਕੋਈ ਗਤੀਵਿਧੀ ਨਹੀਂ ਕਰਦਾ ਜੀ। ਇਹ ਉਸ ਜਿਹੜਾ ਸਰਦੀ ਦਾ ਟਾਈਮ ਹੈ, ਜਿਹੜਾ ਉਹ ਇਹਦੇ ਅਨੁਕੂਲ ਨਹੀਂ ਹੈ, ਜਿਹੜਾ ਮੌਸਮ ਅਨੁਕੂਲ ਨਹੀਂ ਹੈ, ਉਹ ਪੂਰਾ ਜੀਵਨ ਇਹ ਸਰਦੀ ਦਾ ਸਮਝੋ ਨਵੰਬਰ ਤੋਂ ਲੈ ਕੇ ਅਪ੍ਰੈਲ ਤੱਕ ਜੀ ਇਹ ਬਿਲਕੁਲ ਉਸ ਸੁਸਤ ਅਵਸਥਾ ਵਿੱਚ ਹੀ ਕੱਢਦਾ ਹੈ, ਯਾਨੀ ਸੌਂ ਕੇ ਬਿਤਾਉਂਦਾ ਉਹ ਸਮਾਂ, ਬਿਲਕੁਲ ਸੌਂ ਕੇ ਬਿਤਾਉਂਦਾ ਹੈ ਉਹ ਆਪਣਾ ਟਾਈਮ। ਫਿਰ ਜਦੋਂ ਮੌਸਮ ਢੁਕਵਾਂ ਹੋਊਗਾ ਇਹਨੇ ਬਾਹਰ ਆਉਣਾ ਹੈ, ਬਾਹਰ ਇਹਨੇ ਅੰਡੇ ਜਿਹੜੇ ਹੈ ਨਾ ਉਹ ਫੁੱਲ ਜਾਂ ਫੁੱਲ ਬੋਗੀ ਤੇ ਹੀ ਦੇਣੇ ਹੈ ਜੀ। ਜੇ ਕਿਤੇ ਹੋਰ ਦਊਗਾ ਉਹਨੇ ਜਿਹੜਾ ਹੈ ਉਹਦਾ ਜਿਹੜਾ ਜੀ ਹੈ ਉਹ ਬਚਣਾ ਨਹੀਂ ਹੈਗਾ। ਇਹ ਬੜਾ ਚਲਾਕ ਜਾਨਵਰ ਹੈ, ਇਹਨੇ ਫੁੱਲ ਬੋਗੀ ਜਾਂ ਫੁੱਲ ਕੋਲ ਜਾਂ ਟਿੰਡੇ ਕੋਲ ਅੰਡਾ ਦੇਣਾ ਤਾਂ ਕਿ ਇਹਦੇ ਬੱਚੇ ਨੂੰ ਬਹੁਤ ਹੀ ਸੌਖਾ ਹੋਵੇ ਫੁੱਲ 'ਚ ਜਾਣ ਵਾਸਤੇ, ਟਿੰਡੇ 'ਚ ਜਾਣ ਵਾਸਤੇ ਜਾਂ ਫੁੱਲ ਬੋਗੀ ਨੂੰ ਨੁਕਸਾਨ ਕਰਨ ਵਾਸਤੇ। ਠੀਕ ਹੈ, ਇਸ ਕਰਕੇ ਛਟੀਆਂ ਜਿਹੜੀਆਂ ਨਾ ਉਹ ਇਹਦਾ ਇੱਕ ਮੁੱਖ ਕਾਰਨ ਨੇ ਜਿਹੜਾ ਇਹਦੇ ਜੀਵਨ ਚੱਕਰ ਨੂੰ ਅਸੀਂ ਚਲਾਉਣ ਵਾਸਤੇ, ਇਹਦੀ ਪੀੜ੍ਹੀ ਨੂੰ ਚਲਾਉਣ ਵਾਸਤੇ। ਅਜੇ ਵੀ ਕਿਸਾਨ ਵੀਰਾਂ ਕੋਲ ਟਾਈਮ ਹੈਗਾ ਕਿ ਜਿਹੜੀ ਵੀ ਛਟੀਆਂ ਜਿੱਥੇ ਪਈਆਂ ਨਹੀਂ ਉਹਨਾਂ ਨੂੰ ਝਾੜ ਦਿਓ, ਉਹਨਾਂ ਨੂੰ ਫਰੋਲ ਦਿਓ, ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ। ਤੁਸੀਂ ਜੇ ਉਹਦੀ ਉਥਲ ਪੁਥਲ ਹੀ ਕਰ ਦੋਗੇ ਉਹਦੇ ਨਾਲ ਵੀ ਬਹੁਤਾ ਫਰਕ ਪੈਣਾ ਹੈ। ਜੇ ਝਾੜ ਸਕਦੇ ਹੋ ਝਾੜ ਦਿਓ, ਜੇ ਤੁਸੀਂ ਉਹਨਾਂ ਨੂੰ ਬਾਲਣ ਦੇ ਤੌਰ 'ਤੇ ਖ਼ਤਮ ਕਰ ਸਕਦੇ ਹੋ ਖ਼ਤਮ ਕਰੋ। ਮੈਂ ਤਾਂ ਇਹ ਕਹਾਂਗਾ ਤੁਸੀਂ ਐਤਕੀ ਨਰਮੇ ਦਾ ਰੇਟ ਦੇਖੋ ਠੀਕ ਹੈ, ਜਾਂ ਤੇ ਆਪਾਂ 2 ਸਿਲੰਡਰ ਬਚਾ ਲਈਏ ਜਾਂ ਫਿਰ ਆਪਾਂ ਉੱਧਰੋਂ ਬਾਲਣ ਦਾ ਇਹ ਦੇਖ ਲਈਏ। ਮੈਨੂੰ ਇਹ ਲੱਗਦਾ ਕਿ ਇਹ ਕਿਸਾਨ ਵੀਰ ਇਸ ਗੱਲ ਨੂੰ ਸਮਝਣ ਕਿ ਜਿਹੜਾ ਛਟੀਆਂ ਹੈ ਉਹ ਇਸ ਵਕਤ ਇਹਦਾ ਮੇਨ ਸਰੋਤ ਹੈ। ਜੇ ਅਸੀਂ ਛਟੀਆਂ ਨੂੰ ਕੰਟਰੋਲ ਕਰਤਾ ਤੇ 60% ਅਸੀਂ ਸਮਝੋ 50-60% ਜਿਹੜੀ ਆ ਲੜਾਈ ਹੈ ਇਸ ਕੀੜੇ ਦੇ ਖਿਲਾਫ ਉਹ ਅਸੀਂ ਪਹਿਲਾਂ ਹੀ ਜਿੱਤ ਚੁੱਕੇ ਹਾਂ। ਨਾਲੇ ਤਾਂ ਅਸੀਂ ਗੈਸ ਬਚਾ ਲਾਂਗੇ ਬਿਲਕੁਲ, ਔਰ ਨਾਲੇ ਇਸ ਕੀੜੇ ਦਾ ਜੀਵਨ ਚੱਕਰ ਹੈ ਜਿਹੜਾ ਉਹ ਵੀ ਖਤਮ ਕਰ ਦਿਆਂਗੇ। ਬਿਲਕੁਲ ਜੀ, ਬਿਲਕੁਲ। ਤਾਂ ਸਰਦਾਰ ਨਵਜੋਤ ਸਿੰਘ, ਮੇਰੇ ਜ਼ਿਹਨ 'ਚ ਜਿਹੜਾ ਅਗਲਾ ਸਵਾਲ ਆ ਰਿਹਾ ਸੀ ਵੀ ਜਿਵੇਂ ਗੁਲਾਬੀ ਸੁੰਡੀ ਤੋਂ ਕਿਸਾਨ ਵੀਰ ਬਹੁਤ ਡਰਦੇ ਆ, ਤੁਹਾਡਾ ਆਪਣਾ ਤਜਰਬਾ। ਹਾਂਜੀ ਸਰ। ਤਾਂ ਪਿਛਲੇ ਸਾਲ ਦਾ ਤੁਹਾਡਾ ਕਿਸ ਤਰ੍ਹਾਂ ਦਾ ਤਜਰਬਾ, ਜਾਂ ਉਦੋਂ ਪਿਛਲੇ ਸਾਲ ਦਾ ਕਿਸ ਤਰ੍ਹਾਂ ਦਾ ਤਜਰਬਾ ਰਿਹਾ ਗੁਲਾਬੀ ਸੁੰਡੀ ਦਾ, ਤੇ ਗੁਲਾਬੀ ਸੁੰਡੀ ਨੇ ਕਿੰਨਾ ਕੁ ਨੁਕਸਾਨ ਕੀਤਾ ਤੇ ਉਹ ਤੋਂ ਫਿਰ ਬਚਾਅ ਆਪਣੇ ਪੱਧਰ ਤੇ ਤੁਸੀਂ ਕਿਵੇਂ ਕੀਤਾ? ਇਹ 'ਚ ਨਾ ਕਈ ਗੱਲਾਂ ਵੀ ਸਾਰਾ ਵੀ ਆਪਾਂ ਜਿਵੇਂ ਨਰਮੇ ਦੀ ਕਾਸ਼ਤ ਕਰ ਲਈ ਜੀ ਤੇ ਕਿਸਾਨ ਅਵੇਅਰ ਨਹੀਂ ਸੀ ਪਿੱਛੇ ਵੀ ਸੁੰਡੀ ਦਾ ਅਟੈਕ ਹੋਊ। ਕੁਛ ਬਠਿੰਡੇ ਦੇ ਲਾਗੇ ਪਿੰਡਾਂ ਦੇ ਵਿੱਚ ਹੋਇਆ, ਪਹਿਲਾਂ ਇਹ ਸੁੰਡੀ ਆਈ, ਉਦੋਂ ਵਾਲਾ ਕਹਿੰਦਾ ਵੀ ਉੱਥੇ ਹੋ ਗਈ, ਆਪਣੇ ਤਾਂ ਆਈ ਨਹੀਂ। ਇਹ ਕਾਨੂੰਨ ਛੱਡਤਾ ਉਹਨੂੰ, ਇੱਕ ਚੀਜ਼ ਨੂੰ ਵੇਖ ਕੇ ਕਹਿਣਾ ਮਤਲਬ ਵੀ ਆਪਣੇ ਕਿਹੜਾ ਆਉਂਦੀ ਆ। ਇਹ ਗੰਭੀਰਤਾ ਨਾਲ ਨਹੀਂ ਵੇਖਿਆ ਜੀ ਉਹਨਾਂ ਨੇ। ਤੇ ਜਦੋਂ ਆਪਣੇ ਇਸ ਵਾਰੀ ਆਈ 2021 ਦੇ ਵਿੱਚ ਜਿਹੜਾ ਚੱਲ ਗਿਆ, ਉਹਦੇ ਵਿੱਚ ਜਦੋਂ ਪਹਿਲੀਆਂ ਸਟੇਜਾਂ ਦਾ ਜਿਵੇਂ ਪਹਿਲਾਂ ਆਈ ਨਹੀਂ, ਪਹਿਲੀ ਸਟੇਜ ਤੇ ਜਿਵੇਂ 60 ਤੋਂ 65 ਦਿਨਾਂ ਦਾ ਜੀਵਨ ਚੱਕਰ ਹੁੰਦਾ ਨਰਮੇ ਦਾ ਆਪਣਾ, ਜਦੋਂ 70 ਤੇ 85 ਦੇ ਵਿੱਚ ਜਾਂਦਾ ਉਵੇਂ ਸੁੰਡੀ ਆਈ ਗਈ। ਤੇ ਕਿਸਾਨ ਬਾਹਰੋਂ ਖੇਤ ਨੂੰ ਵੇਖ ਰਿਹਾ ਸੀ ਵੀ ਮੇਰੇ ਟਿੰਡੇ ਵਿੱਚ ਕੁਛ ਨਹੀਂ, ਪਰ ਜਦੋਂ ਟਿੰਡਾ ਭੰਨ ਕੇ ਵੇਖਣ ਦੀ ਸਿਚੁਏਸ਼ਨ ਨੂੰ ਆਈ ਉਦੋਂ ਫਿਰ ਉਹਦੇ ਵਿੱਚ ਸਾਰੇ ਜੀਵਨ ਫੈਲ ਚੁੱਕਿਆ ਸੀ, ਗੁਲਾਬੀ ਸੁੰਡੀ ਦਾ ਹਮਲਾ ਹੋ ਚੁੱਕਿਆ ਸੀ ਤੇ ਮੈਂ ਥੋੜਾ ਆਪਦੇ ਖੇਤੀਬਾੜੀ ਮਾਹਰਾਂ ਦੇ ਟੱਚ ਦੇ ਵਿੱਚ ਰਹਿਣ ਦੇ ਬਾਵਜੂਦ ਕੁਛ ਨਾ ਕੁਛ ਫੋਰੋਮੈਨ ਟਰੈਪ ਜਿਹਦੇ ਵਿੱਚ ਆਪਾਂ ਨੂੰ ਪਤੰਗੇ ਦਾ ਪਤਾ ਲੱਗ ਜਾਂਦਾ, ਇੱਕ ਨੋਟੀਫਿਕੇਸ਼ਨ ਮਿਲ ਜਾਂਦੀ ਵੀ ਇਹ ਆ ਚੁੱਕਿਆ ਹੈਗਾ, ਤੇ ਕੁਛ ਪ੍ਰੋਫਾਈਨੋਫਾਸ 500 ml ਕੋਈ ਸਪਰੇਅ 60-65 ਦਿਨਾਂ ਤੇ ਲਾਇਆ ਸੀ। ਉਹ ਆਂਡੇ ਦੀ ਸਥਿਤੀ ਦੇ ਵਿੱਚ ਇਹਨੂੰ ਮਾਰ ਲਈਏ ਤਾਂ ਬਹੁਤ ਵਧੀਆ ਰਹੂਗਾ ਆਪਣੇ ਵਾਸਤੇ। ਜਦੋਂ ਥੋੜਾ ਜਿਹਾ ਵੱਧ ਜਾਂਦਾ ਫਿਰ ਥੋੜਾ ਜਿਹਾ ਕੰਟਰੋਲ ਕਰਨਾ ਔਖਾ ਹੋ ਜਾਂਦਾ ਜੀ। ਠੀਕ ਹੈ, ਯਾਨੀ ਤੇ ਉਹਦਾ ਤੁਸੀਂ ਪਿਛਲੀ ਵਾਰੀ ਜਿਵੇਂ ਦੱਸਿਆ ਵੀ ਆਪਣੇ ਪੱਧਰ ਤੇ ਖੇਤੀਬਾੜੀ ਮਾਹਰਾਂ ਨਾਲ ਮਿਲ ਮਿਲਾ ਕੇ ਜਿੰਨਾ ਕੁ ਤੁਹਾਨੂੰ ਪਤਾ ਲੱਗਿਆ ਹਾਂਜੀ ਉਹਨਾਂ ਕੁ ਤੁਸੀਂ ਆਪਣੇ ਪੱਧਰ ਤੇ ਯਤਨ ਕੀਤਾ ਜੀ। ਤਾਂ ਡਾਕਟਰ ਸਾਹਿਬ ਹੁਣ ਆਪਾਂ ਅੱਗੇ ਤੁਹਾਡੇ ਵੱਲ ਆਉਂਦੇ ਹਾਂ ਵੀ ਜਿਹੜੀਆਂ ਗੁਲਾਬੀ ਸੁੰਡੀ ਦਾ ਜਿਵੇਂ ਤੁਸੀਂ ਦੱਸਿਆ, ਪਰ ਹਰ ਇੱਕ ਕਿਸਾਨ ਨੂੰ ਇੰਨਾ ਨਹੀਂ ਪਤਾ ਹੁੰਦਾ। ਆਪਾਂ ਮੋਟੀਆਂ ਕਿਹੜੀਆਂ ਉਹਨੂੰ ਸਾਵਧਾਨੀਆਂ ਦੱਸੀਏ ਜਾਂ ਕੀ ਕੁਝ ਕੀਤਾ ਜਾ ਸਕਦਾ ਹੈ ਹੁਣ ਆਪਣੇ ਪੱਧਰ ਤੇ ਵੀ ਜਿਹੜਾ ਅਸੀਂ ਇਹਨੂੰ, ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਕਿ ਛਟੀਆਂ ਜਿੱਥੇ ਵੀ ਪਈਆਂ ਉਹਨਾਂ ਨੂੰ ਜਾਂ ਤਾਂ ਵਰਤ ਲਓ ਜਾਂ ਉਹਨਾਂ ਨੂੰ ਘੱਟੋ ਘੱਟ ਉਹਨੂੰ ਹਿਲਾ ਦਿਓ ਜਿਹਦੇ ਨਾਲ ਇਹ ਹੋਵੇ ਕਿ ਉਹਦਾ ਜੀਵਨ ਚੱਕਰ ਅਸੀਂ ਖਤਮ ਕਰ ਦਈਏ। ਹੁਣ ਕੀ ਕੀਤਾ ਜਾ ਸਕਦਾ, ਕਿਹੜੀਆਂ ਸਾਵਧਾਨੀਆਂ ਵਰਤਣੀਆਂ, ਕਿਹੜੇ ਯਤਨ ਅਸੀਂ ਕਰ ਸਕਦੇ ਹਾਂ, ਕਿਸਾਨ ਵੀਰ ਕਰ ਸਕਦੇ ਆ? ਦੇਖੋ ਜੀ, ਸਾਨੂੰ ਕਿਸਾਨ ਵੀਰ ਨੇ ਦੱਸਿਆ ਹੈ
ਕਿ ਇਹਨਾਂ ਨੇ ਇੱਕ ਜਿਹੜੀ ਹੈ ਬਹੁਤ ਵਧੀਆ ਗੱਲ ਦੱਸੀ ਕਿ ਫੀਰਾਮੋਨ ਟਰੈਪ। ਫੀਰਾਮੋਨ ਟਰੈਪ ਕੀ ਹੈ? ਇਹ ਫੀਰਾਮੋਨ ਟਰੈਪ ਹੈ ਜੀ, ਇਹਦੇ ਵਿੱਚ ਮਾਦਾ ਦੀ ਗੰਧ ਹੈ ਜੀ, ਠੀਕ ਹੈ। ਇਹ ਫੀਰਾਮੋਨ ਟਰੈਪ ਜੇ ਤੁਸੀਂ ਖੇਤ ਦਾ ਇੱਕ ਵੀ ਲਾ ਦਿਓ, ਅਸੀਂ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਹੈ ਕਿ ਤੁਸੀਂ ਖੇਤ ਦੇ ਕਿੱਲੇ ਦੇ 2 ਲਾਣੇ ਜੀ। ਸਾਡਾ ਇੱਥੇ ਮਕਸਦ ਉਹਨੂੰ ਕਿੱਲੇ ਦੇ ਉਹ ਸਿਫਾਰਿਸ਼ ਦੇ ਹਿਸਾਬ 'ਤੇ ਨਹੀਂ ਹੈ, ਸਾਡਾ ਇਹ ਮਕਸਦ ਹੈ ਕਿ ਅਸੀਂ ਜਿਨ੍ਹਾਂ ਨੇ ਕਿਹਾ ਕਿ ਨੋਟੀਫਿਕੇਸ਼ਨ, ਮਤਲਬ ਤੁਹਾਨੂੰ ਪਤਾ ਲੱਗ ਜਾਣਾ ਹੈ ਜੀ, ਤੁਹਾਨੂੰ ਪਤਾ ਲੱਗ ਜਾਣਾ ਹੈ ਕਿ ਤੁਹਾਡੀ ਜਿਹੜੇ ਖੇਤ ਦੇ ਆਲੇ ਦੁਆਲੇ ਜਾਂ ਕਿਸੇ ਆਸੇ-ਪਾਸੇ ਸੁੰਡੀ ਆਈ ਹੈ ਕਿ ਨਹੀਂ ਆਈ ਹੈ ਜੀ। ਇਹ ਇੱਕ ਸਰਵੇਖਣ ਦਾ ਤਰੀਕਾ ਹੈ। ਇਹ ਬਹੁਤ ਵਧੀਆ ਤਰੀਕਾ ਹੈ। ਹੁਣ ਕਿਉਂਕਿ ਆਪਣੀ ਨਰਮੇ ਦੀ ਬਜਾਤ ਹੋ ਚੁੱਕੀ ਹੈ, ਸਵਾ ਮਹੀਨੇ ਨੂੰ ਆਪਣੇ ਫੁੱਲ ਬੁੱਗੀ ਹੋਣੀ ਸ਼ੁਰੂ ਹੋ ਜਾਣੀ ਹੈ। ਬਿਲਕੁਲ। ਇਸ ਕਰਕੇ ਕਿਸਾਨ ਵੀਰ ਹੁਣ ਕੀ ਕਰ ਸਕਦਾ ਹੈ? ਹੁਣ ਆਪਣੇ ਜਿੱਥੇ ਵੀ ਫੀਰਾਮੋਨ ਟਰੈਪ ਮਿਲ ਜਾਂਦੇ ਆ, ਬਾਜ਼ਾਰ 'ਚ ਵੀ ਮਿਲ ਜਾਂਦੇ ਆ, ਤੇ ਹੋ ਸਕਦਾ ਮਹਿਕਮੇ ਕੋਲੋਂ ਹੀ ਮਿਲ ਜਾਣੇ ਤੁਹਾਨੂੰ ਇਹਦੇ, ਤੁਸੀਂ ਫੀਰਾਮੋਨ ਟਰੈਪ ਜ਼ਰੂਰ ਲਾ ਲਓ। ਉਹ ਟਰੈਪ 'ਚ ਕੀ ਹੈ ਕਿ ਜਿਹੜਾ ਨਰ ਹੈ, ਨਰ ਪਤੰਗਾ ਆ ਜਾਂਦਾ ਉਹਦੇ 'ਚ, ਠੀਕ ਹੈ। ਮਾਦਾ ਦੀ ਗੰਧ ਹੈ ਤੇ ਸਾਨੂੰ ਇਹ ਪਤਾ ਲੱਗ ਜਾਂਦਾ ਕਿ ਸਾਡੇ ਖੇਤ 'ਚ ਆਲੇ ਦੁਆਲੇ ਕਿਤੇ ਵੀ ਇਹ ਜਿਹੜਾ ਕੀੜਾ ਹੈ, ਉਹ ਕੀੜੇ ਦੀ ਆਮਦ ਹੋ ਚੁੱਕੀ ਹੈ। ਬਿਲਕੁਲ। ਉਹਦੇ ਨਾਲ ਕੀ ਹੈ ਕਿ ਜਿੱਦਾਂ ਇਹਨਾਂ ਨੇ ਦੱਸਿਆ ਕਿ ਫਿਰ ਤੁਸੀਂ ਆਪਣੇ ਫੁੱਲਾਂ ਨੂੰ ਦੇਖ ਲਓ ਜਾਂ ਇਹਨਾਂ ਨੂੰ ਦੇਖ ਲਓ ਕਿ ਕਿਤੇ ਕੋਈ ਹਮਲਾ ਲੱਗ ਰਿਹਾ, ਜਿੱਦਾਂ ਹੀ ਤੁਹਾਨੂੰ ਹਮਲਾ ਲੱਗ ਰਿਹਾ ਤੁਸੀਂ ਇਹਨਾਂ ਨੂੰ ਸਪਰੇਅ ਕਰ ਦਿਓ। ਸਪਰੇਅ ਇਹਨਾਂ ਨੇ ਬਹੁਤ ਵਧੀਆ ਦੱਸੀ, ਸਭ ਤੋਂ ਸਸਤੀ ਸਪਰੇਅ ਹੈ, 400-500 ਦੀ ਸਪਰੇਅ ਪੈਣੀ ਹੈ, ਆਪਾਂ ਨੂੰ ਜ਼ਿਆਦਾ ਮਹਿੰਗੀਆਂ ਸਪਰੇਆਂ ਵੱਲ ਜਾਣ ਦੀ ਲੋੜ ਨਹੀਂ ਹੈਗੀ ਹੈ। ਠੀਕ ਹੈ, ਇਹ ਇੱਕ ਬਹੁਤ ਅੱਛਾ ਤਰੀਕਾ ਹੈ। ਦੂਜੀ ਗੱਲ ਮੈਂ ਪਹਿਲਾਂ ਹੀ ਦੱਸਤੀ ਸੀ ਕਿ ਤੁਸੀਂ ਜਿਹੜੀ ਹੈਗੀ ਹੈ, ਜਿੱਥੇ ਵੀ ਖੇਤ ਦੇ ਆਲੇ ਦੁਆਲੇ, ਕਮ ਸੇ ਕਮ ਖੇਤ ਦੇ ਆਲੇ ਦੁਆਲੇ ਇਹ ਕਿਸਾਨ ਆਪਣਾ ਧਾਰ ਲੈਣ ਕਿ ਇਹਦਾ ਮੇਨ ਜਿਹੜਾ ਸਰੋਤ ਹੈ, ਇਹ ਜਿਹੜਾ ਨਰਮਾ ਕੀੜਾ ਆਣਾ ਹੈ, ਇਹ ਟਿੰਡੀਆਂ, ਇਹ ਜਿਹੜੀ ਹੈਗੀਆਂ ਛੱਟੀਆਂ ਤੋਂ ਹੀ ਆਣਾ ਨੇ ਜੀ। ਖੇਤਾਂ ਦੇ ਆਲੇ ਦੁਆਲੇ ਤੋਂ ਤੁਸੀਂ ਛੱਟੀਆਂ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਨਿਜਾਤ ਹਟਾ ਦਿਓ, ਉੱਥੋਂ ਹਟਾਓ ਉਹਨੂੰ, ਕਿਉਂਕਿ ਜੇ ਤੁਸੀਂ ਛੱਟੀਆਂ ਉੱਥੇ ਰੱਖੋਗੇ ਤੇ ਸਮੱਸਿਆ ਜਿਹੜੀ ਆ ਉਹ ਵਧਣੀ ਹੈ। ਬਿਲਕੁਲ ਠੀਕ ਹੈ। ਇੱਕ ਇਹ ਜਿਹੜੇ ਹੈਗੇ ਇਸ ਵਕਤ ਇਹ ਹੈ। ਉਸ ਤੋਂ ਇਲਾਵਾ ਸਾਡੇ ਕੋਲ ਜਦੋਂ ਤੁਸੀਂ ਇੱਕ ਵਾਰੀ ਇਹ ਦੇਖ ਲਿਆ ਕਿ ਸਾਨੂੰ ਕੀੜਾ ਮਿਲ ਰਿਹਾ ਹੈ, ਠੀਕ ਹੈ, ਤੁਸੀਂ ਸਾਡੇ ਨਾਲ ਸੰਪਰਕ ਕਰੋ, ਖੇਤੀਬਾੜੀ ਮਹਿਕਮੇ ਨਾਲ ਸੰਪਰਕ ਕਰੋ। ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਨਹੀਂ ਸਮਝ ਆ ਰਹੀ ਹੈ, ਤੁਸੀਂ ਉਹਨਾਂ ਨਾਲ ਸੰਪਰਕ ਜ਼ਰੂਰ ਰੱਖੋ। ਠੀਕ ਹੈ। ਹਰ ਇਹਦੇ ਵਿੱਚ ਮੈਂ ਦੇਖਿਆ ਕਿ ਆਪਣੇ ਹਰ ਇੱਕ ਜ਼ਿਲ੍ਹੇ 'ਚ, ਬਠਿੰਡੇ ਜ਼ਿਲ੍ਹੇ 'ਚ ਅਸੀਂ ਜਾਂਦੇ ਰਹਿੰਦੇ ਹਾਂ, ਉੱਥੇ ਹਰ ਇੱਕ ਜ਼ਿਲ੍ਹੇ 'ਚ ਐਕਟਿਵ ਹੈਗੇ ਆਪਣੇ ਜਿਹੜੇ ਖੇਤੀਬਾੜੀ ਮਹਿਕਮੇ ਦੇ ਬੰਦੇ। ਠੀਕ ਹੈ, ਤੁਸੀਂ ਸਾਡੇ ਨੰਬਰ ਰਾਹੀਂ ਸਾਨੂੰ ਸੰਪਰਕ ਕਰੋ ਜਿੱਥੇ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ। ਲੇਕਿਨ ਇਹ ਹੈ ਕਿ ਸਰਵੇਖਣ ਜ਼ਰੂਰ ਕਰੋ, ਆਪਣੇ ਫੁੱਲਾਂ ਨੂੰ ਜ਼ਰੂਰ ਦੇਖੋ, ਕਿਤੇ ਤੁਹਾਨੂੰ ਲੱਗ ਰਿਹਾ ਭਮੀਰੀ ਫੁੱਲ, ਇਹਦੀ ਬਹੁਤ ਵਧੀਆ ਪਛਾਣ ਹੈਗੀ ਹੈ ਜੀ। ਕਿ ਫੁੱਲ ਨੂੰ ਪਤਾ ਕੀ ਕਰਦਾ ਜੀ, ਜਦੋਂ ਸੁੰਡੀ ਜਿਹੜੀ ਹੈ ਇੱਕ ਫੁੱਲ ਦੇ ਅੰਦਰ ਵੜਦੀ ਹੈ, ਇਹ ਫੁੱਲ ਨੂੰ ਉੱਪਰ ਜੋੜ ਦਿੰਦੀ ਹੈ ਜੀ। ਫੁੱਲ ਦਾ ਨਕਸ਼ਾ ਬਿਲਕੁਲ ਚੇਂਜ ਹੋ ਜਾਂਦਾ ਹੈ। ਸਾਡੇ ਕਿਸਾਨ ਵੀਰ ਦੱਸ ਸਕਦੇ ਇਹਦੇ ਬਾਰੇ ਕਿ ਉਹ ਫੁੱਲ ਜਿਹੜਾ ਹੈ ਭਮੀਰੀ ਫੁੱਲ ਬਣ ਜਾਂਦਾ ਹੈ, ਦੂਰੋਂ ਹੀ ਪਛਾਣ ਨੂੰ ਆ ਜਾਂਦਾ ਹੈ। ਤੇ ਭਮੀਰੀ ਫੁੱਲ ਦੇਖ ਕੇ ਸਾਨੂੰ ਲੱਗਦਾ ਕਿ ਸਾਡੇ ਖੇਤ 'ਚ ਆ ਗਿਆ। ਫੀਰਾਮੋਨ ਟਰੈਪ ਤੋਂ ਪਤਾ ਲੱਗ ਗਿਆ, ਫੁੱਲ ਤੋਂ ਪਤਾ ਲੱਗ ਗਿਆ। ਫਿਰ ਉਸ ਤੋਂ ਬਾਅਦ ਜ਼ਰੂਰੀ ਹੈ ਕਿ ਟਿੰਡਿਆਂ ਨੂੰ ਤੋੜਨਾ, ਕਿਉਂਕਿ ਸੁੰਡੀ ਜਿਹੜੀ ਅੰਦਰ ਟਿੰਡੇ ਦੇ ਚਲੀ ਗਈ ਜੀ, ਉਹ ਤੁਹਾਨੂੰ ਬਾਹਰ ਨਹੀਂ ਪਤਾ ਲੱਗਣੀ। ਬਾਹਰੋਂ ਤੁਹਾਨੂੰ ਟਿੰਡਾ ਲੱਗੂਗਾ ਬਿਲਕੁਲ ਤੰਦਰੁਸਤ ਹੈ ਜੀ ਕੁਝ। ਇਹਦੇ ਕੀ ਕਰਨਾ, ਤੁਸੀਂ 8-10 ਟਿੰਡੇ ਆਪਣੇ ਤੋੜ ਲਓ, 10-15 ਟਿੰਡੇ ਤੋੜ ਕੇ ਦੇਖ ਲਓ ਕਿ ਕੋਈ ਹਮਲਾ ਹੈਗਾ। ਇਹਦਾ ਮਤਲਬ ਤੁਹਾਨੂੰ ਸੁਚੇਤ ਹੋਣਾ ਹੈ। ਬਿਲਕੁਲ ਤੁਸੀਂ ਸੁਚੇਤ ਹੋਣਾ ਹੈ, ਕਿਉਂਕਿ ਇਹਦਾ ਦੇਖੋ ਇਸ ਵਕਤ ਸਾਡੇ ਕੋਲ ਜਿਹੜਾ ਹੱਲ ਹੈ ਨਾ, ਉਹ ਕੀਟਨਾਸ਼ਕ ਹੀ ਹੈ। ਤੁਹਾਡੀ ਸਦ੍ਰਿੜਤਾ, ਤੁਹਾਡੀ ਸੁਚੇਤਤਾ ਤੇ ਨਾਲੇ ਕੀਟਨਾਸ਼ਕ, ਬਿਲਕੁਲ ਉਹਨਾਂ ਨੂੰ ਇਸਤੇਮਾਲ ਕਰਕੇ ਉਹ ਜਿਹੜੀ ਆਪਣੀ ਸੋਚ ਹੈ, ਜੋ ਸਾਨੂੰ ਉਸ ਤੋਂ ਮਿਲ ਰਿਹਾ, ਜੋ ਸਰਵੇਖਣ ਤੋਂ ਮਿਲ ਰਿਹਾ, ਫੀਰਾਮੋਨ ਟਰੈਪ ਤੋਂ ਜੋ ਸਾਨੂੰ ਇਨਫੋਰਮੇਸ਼ਨ ਆ ਰਹੀ ਹੈ, ਜੋ ਉਹਦੇ ਤੋਂ ਸਾਨੂੰ ਇੰਡੀਕੇਸ਼ਨ ਮਿਲ ਰਹੀ ਹੈ, ਜੋ ਕਿਸਾਨ ਵੀਰ ਨੇ ਕਿਹਾ ਨੋਟੀਫਿਕੇਸ਼ਨ ਮਿਲ ਰਹੀ ਹੈ, ਉਹ ਨੋਟੀਫਿਕੇਸ਼ਨ ਨੂੰ ਆਪਾਂ ਸਮਝਣਾ ਜੀ ਕਿ ਇਹ ਕੀੜਾ ਜਿਹੜਾ ਸਾਡੇ ਆਮਦ ਹੋ ਚੁੱਕਿਆ ਹੈ। ਇਹਦਾ ਮੈਂ ਤੁਹਾਨੂੰ ਇਹ ਦੱਸ ਦੇਵਾਂ, ਦੇਖੋ ਇਹ ਕੀੜਾ ਜਿਹੜਾ ਨਾ, ਇਹਨੂੰ ਕੰਟਰੋਲ ਕਰਨਾ ਸੌਖਾ ਵੀ ਬਹੁਤ ਹੈ ਤੇ ਔਖਾ ਵੀ ਬਹੁਤ ਹੈ ਜੀ। ਇੱਕ ਜਿਹੜੀ ਮਾਦਾ ਹੈਗੀ ਹੈ, ਲਗਭਗ 100-150 ਅੰਡਾ ਦੇ ਦਿੰਦੀ ਹੈ ਜੀ। ਠੀਕ ਹੈ, 100-150 ਚੋਂ ਇਹ ਹੈ ਕਿ ਇਹਦਾ ਲਗਭਗ 70% ਜਿਹੜੇ ਬੱਚੇ ਆ ਉਹ ਬਚ ਜਾਂਦੇ ਆ। ਉਹਦੇ ਚੋਂ 50% ਜਿਹੜੇ ਆ ਉਹ ਨਰ ਨੇ, 50% ਮਾਦਾ। ਉਹ ਮਾਦਾ ਨੇ ਫਿਰ ਓਨੇ ਹੀ ਅੰਡੇ ਦੇਣੇ ਆ। ਠੀਕ ਹੈ, ਇੱਕ ਮਾਦਾ ਨੇ ਓਨੇ ਅੰਡੇ ਦੇਣੇ। ਤੁਸੀਂ ਇਹ ਮੰਨ ਕੇ ਚਲੋ, ਜੇ ਤੁਸੀਂ ਪਹਿਲੀ ਪੀੜ੍ਹੀ ਕੰਟਰੋਲ ਨਹੀਂ ਕੀਤੀ ਤੇ ਜਿਹੜੀ ਤੁਹਾਡੀ ਦੂਜੀ ਪੀੜ੍ਹੀ ਹੈ, ਉਹਨੇ ਲਗਭਗ 2-2.5 ਹਜ਼ਾਰ ਜਿਹੜੀਆਂ ਮਾਦਾ ਬਣਾ ਦੇਣੀਆਂ। ਬਿਲਕੁਲ ਇੱਕ ਮਾਦਾ ਤੋਂ ਲਗਭਗ 2-2.5 ਹਜ਼ਾਰ ਮਾਦਾ ਬਣ ਜਾਣੀ ਹੈ। ਤੇ ਫਿਰ ਤੁਸੀਂ ਇਹ ਦੇਖੋ, ਜੇ 2 ਚੱਕਰ ਆਪਾਂ ਇਹਦੇ ਕੰਟਰੋਲ ਨਹੀਂ ਕੀਤੇ ਫਿਰ ਅੱਗੇ ਜਾ ਕੇ ਬਹੁਤ ਔਖਾ ਹੈ। ਇਸ ਕਰਕੇ ਕਿਸਾਨ ਵੀਰ ਨੂੰ ਇਸ ਵਕਤ ਆਪਾਂ ਇਹੀ ਕਵਾਂਗੇ ਕਿ ਤੁਸੀਂ ਸੁਚੇਤ ਰਹੋ, ਖਾਸ ਕਰ ਜਿੱਥੇ ਨਰਮੇ ਅਗੇਤਾ ਬੀਜਿਆ ਗਿਆ, ਖਾਸ ਕਰ ਜਿਹੜੇ ਸਰੋਂ ਵਾਲੇ ਵਾਣ ਹੈ, ਜਿੱਥੇ ਕਿਤੇ ਫੁੱਲ ਫਲਾਕਾ ਆ ਚੁੱਕਿਆ ਹੈ, ਉੱਥੇ ਸੁਚੇਤ ਰਹਿਣ, ਆਪਣੀਆਂ ਛੱਟੀਆਂ ਨੂੰ ਪਾਸੇ ਕਰ ਦੇਣ, ਛੱਟੀਆਂ ਨੂੰ ਬਿਲਕੁਲ ਹਟਾ ਦੇਣ, ਛੱਟੀਆਂ ਨੂੰ ਨਸ਼ਟ ਕਰ ਦੇਣ, ਕਿਉਂਕਿ ਛੱਟੀਆਂ ਹੀ ਸੋਰਸ ਹੈ। ਉੱਥੇ ਬਿਲਕੁਲ ਉਹਨੂੰ ਜੀਵਨ ਚੱਕਰ ਕੰਪਲੀਟ ਕਰਨ ਦਾ ਤਰੀਕਾ ਮਿਲ ਜਾਣਾ ਜੀ।
ਉਹ ਬਿਲਕੁਲ ਲੜੀ ਬਣ ਜਾਣੀ ਉਹਦੀ। ਉਹ ਲੜੀ ਨੂੰ ਤੋੜਨਾ, ਉਹ ਜਿਹੜੀ ਕਮਜ਼ੋਰ ਕੜੀ ਹੈ ਨਾ ਉਹਨੂੰ ਤੋੜਨਾ ਬਹੁਤ ਜ਼ਰੂਰੀ ਹੈ। ਛੱਟੀਆਂ ਨੂੰ ਹਟਾਓ ਤੇ ਸਰਵੇਖਣ ਜ਼ਰੂਰ ਕਰੋ ਖੇਤ ਦਾ, ਫੀਰਾਮੋਨ ਟਰੈਪ ਲਗਾਓ, ਠੀਕ ਹੈ। ਇਹ ਕੁਝ ਜਿਹੜੇ ਹੈਗੇ ਆ ਨੁਕਤੇ ਇਸ ਟਾਈਮ ਤੇ ਜਿਹੜੇ ਹੁਣ ਕਰ ਸਕਦੇ ਆ, ਹੁਣ ਕਿਸਾਨ ਜਿਹੜੇ ਆ ਕਰ ਸਕਦੇ, ਇਹਨਾਂ ਤੇ ਧਿਆਨ ਦੇਣ। ਤੇ ਮੇਰੇ ਹਿਸਾਬ ਨਾਲ ਗੁਲਾਬੀ ਸੁੰਡੀ ਨੂੰ ਕੰਟਰੋਲ ਕਰਨਾ ਖਾਸ ਕਰ ਆਪਣੇ ਕਿਸਾਨਾਂ ਲਈ ਕੋਈ ਐਡਾ ਔਖਾ ਕੰਮ ਨਹੀਂ ਜੀ। ਸਰਦਾਰ ਨਵਜੋਤ ਸਿੰਘ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਵੀ ਆਹ ਕੰਮ ਹੈ ਜਿਹੜੇ ਅਸੀਂ ਕਰ ਲਈਏ, ਹੈ ਨਾ। ਅੱਛਾ, ਕਿਸਾਨ ਵੀਰਾਂ ਨੂੰ ਕੀ ਦਿੱਕਤਾਂ ਆਉਂਦੀਆਂ? ਮੈਂ ਸਮਝਣਾ ਇਹ ਚਾਹੁੰਦਾ ਸੀ ਵੀ ਕਿਸਾਨ ਵੀਰਾਂ ਨੂੰ ਇਹ ਕੰਮ ਕਰਨ ਦੇ ਵਿੱਚ ਕਿਹੜੀਆਂ ਦਿੱਕਤਾਂ ਆਉਂਦੀਆਂ, ਜਾਂ ਹਜੇ ਉਹਨਾਂ ਨੂੰ ਪਤਾ ਹੀ ਨਹੀਂ ਇਸ ਬਾਰੇ ਵੀ ਅਸੀਂ ਆਹ ਕੰਮ ਕਰਨੇ ਆ। ਯਾਨੀ ਦਿੱਕਤ ਕਿੱਥੇ ਆ? ਇੰਨਾ ਸਹਿਮ ਕਿਸਾਨਾਂ ਦੇ ਵਿੱਚ ਕਿਉਂ ਹੈ ਗੁਲਾਬੀ ਸੁੰਡੀ ਦਾ? ਮੈਂ ਉਹ ਜਾਣਨਾ ਚਾਹੁੰਦਾ। ਗੁਲਾਬੀ ਸੁੰਡੀ ਦਾ ਸਹਿਮ ਸਰਾਂ ਆਈਆਂ ਵੀ ਕੁਛ ਤਾਂ ਕਿਸਾਨ ਵੀ ਖੇਤੀਬਾੜੀ ਦੇ ਟੱਚ 'ਚ ਨਹੀਂ ਰਹਿੰਦੇ, ਮਾਹਰਾਂ ਦੇ ਟੱਚ 'ਚ ਨਹੀਂ ਰਹਿੰਦੇ ਜੀ। ਕੁਛ ਵੀ ਕਿਹਨੂੰ ਗਾਈਡਨੈਸ ਦਾ ਨਹੀਂ ਪਤਾ ਹੁੰਦਾ, ਅਵੇਅਰ ਦਾ ਨਹੀਂ ਪਤਾ ਹੁੰਦਾ ਗਾ, ਜਾਂ ਕਿਸੇ ਦੇ ਮਗਰ ਲੱਗ ਕੇ ਵੀ ਆਪਾਂ ਉਹਨੇ ਪ੍ਰਯੋਗ ਕਰਤੀ ਤੇ ਉਹ ਵੀ ਆਪਾਂ ਕਰ ਦੇਗੀ। ਬਿਲਕੁਲ, ਬਿਮਾਰੀ ਨੂੰ ਪਹਿਲਾਂ ਆਪਾਂ ਨੂੰ ਭਾਲਣਾ ਪਊਗੀ ਆਪਣੇ ਖੇਤ 'ਚ ਹੈ ਕੀ ਚੀਜ਼। ਹਾਂਜੀ। ਹੁਣ ਇਹ ਗੁਲਾਬੀ ਸੁੰਡੀ ਆ, ਉਹਨੂੰ ਮਾੜਾ ਦੇਖਿਆ ਜਿਵੇਂ ਡਾਕਟਰ ਸਾਹਿਬ ਨੇ ਆਖਿਆ ਵੀ ਫੁੱਲਾਂ ਦੀ ਨਿਸ਼ਾਨੀਆਂ ਮਿਲ ਜਾਂਦੀਆਂ ਨੇ, ਫੇਰੋਮੋਨ ਟਰੈਪ ਦਾ ਬੰਦੋਬਸਤ ਹੋਊਗਾ ਤਾਂ ਫੁੱਲਾਂ ਦਾ ਪਤਾ ਲੱਗ ਜੂ। ਮਧਾਣੀ ਦੌਰ ਦੇ ਜਿਵੇਂ ਮਧਾਣੀ ਹੁੰਦੀ ਆਪਣੀ, ਉਹਦੇ ਢੱਕਣ ਉਵੇਂ ਫੁੱਲ ਭੁੱਕ ਜਾਂਦਾ, ਭਮੇਰੀ ਬਣ ਜਾਂਦਾ ਗਾ ਜੀ। ਉਹਦੇ ਵਿੱਚ ਸੁੰਡੀ ਹੁੰਦੀ ਆ, ਕੋਈ ਸੁੰਡੀ ਮਾੜੀ ਸੂਖਮ ਤਾਕਤੀ ਹੁੰਦੀ ਆ, ਮਸਾਂ 10 mm ਦੀ ਚਿੱਟੇ ਰੰਗ ਦੀ ਹੁੰਦੀ ਆ, ਉਹਨੂੰ ਇਹ ਪਤਾ ਨਹੀਂ ਲੱਗਦੀ ਨੰਗੀ ਅੱਖ ਨਾਲ ਜੀ। ਬਾਅਦ ਵਿੱਚ ਇਹ ਗੁਲਾਬੀ ਹੋ ਜਾਂਦਾ ਕੀੜਾ। ਇਹ ਠੀਕ ਹੈ, ਥੋੜਾ ਹੈ ਹੀ ਬੜਾ ਤੇਜ਼, ਬਾੜਾ ਆਪਾਂ ਕਹਿੰਦੇ ਤੇਜ਼ ਆ, ਕਿਸੇ ਨੂੰ ਆਪਾਂ ਕਹਿੰਦੇ ਤੇਜ਼ ਬਾੜਾ। ਹਾਂ, ਤੇਜ਼ ਤਾਂ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਵੀ ਇੱਕ ਮਾਦਾ ਨੇ ਅੱਗੇ ਦੀ ਅੱਗੇ ਕਿੰਨੇ ਉਹ ਪੈਦਾ ਕਰਦੇ ਨੇ, ਉਸ ਢੰਗ ਨਾਲ ਤਾਂ ਫਿਰ ਇਹ ਜਿਹੜਾ ਵਾਧਾ ਇਹਦਾ ਬੜਾ ਤੇਜ਼ ਹੁੰਦਾ, ਹਨਾ। ਹਾਂਜੀ। ਤੇ ਬਾਕੀ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਆ ਵੀ ਜਦੋਂ ਹੁਣ ਵੀ ਆਪਾਂ ਪਿਛਲੇ ਸਾਲ ਆਪਣਾ ਕਿੰਨਾ ਆਪਣਾ ਨੁਕਸਾਨ ਹੋਇਆ, ਫਿਰ ਆਪਾਂ ਮੁਆਵਜ਼ੇ ਬੰਨੀ ਗਏ, ਉਹ ਆਪਣਾ ਮੁਆਵਜ਼ਾ ਆਪਣੀ ਪੂਰਤੀ ਨਹੀਂ ਕਰ ਸਕਦੇ ਜਿੰਨੀ ਆਪਾਂ ਨੂੰ ਫਸਲ ਹੋਣੀ ਸੀ। ਕਿਤੇ 30-35 ਮਣ ਨਰਮਾ ਹੁੰਦਾ, ਕਿਤੇ ਉਹਨੇ ਮੁਆਵਜ਼ੇ ਸੀਮਤ ਰਹੇ, ਕਿਸੇ ਨੂੰ ਮਿਲਿਆ, ਕਈ ਨਹੀਂ ਮਿਲਿਆ, ਗੱਲਾਂ ਹੋ ਜਾਂਦੀਆਂ ਕਈ ਜੀ। ਪਰ ਆਪਾਂ ਨੂੰ ਹੁਣ ਸੰਚੇਤ ਹੋ ਕੇ ਚੱਲਣਾ ਪਊ। ਜਿਵੇਂ ਡਾਕਟਰ ਸਾਹਿਬ ਨੇ ਛਟੀਆਂ ਬਾਰੇ ਸਾਰਾ ਕੁਝ ਦੱਸਤਾ ਵੀ ਮੇਨ ਝਾੜ ਤਾਂ ਛਟੀਆਂ ਹੀ ਆ ਜੀ, ਆਪਾਂ ਉਹਨੂੰ ਕਰ ਦਈਏ, ਸਵਾਹ ਕਰ ਦਈਏ, ਜਾਂ ਉਹਨੂੰ ਝਾੜ ਕੇ ਕੰਧਾਂ ਨਾਲ ਲਗਾ ਦਈਏ, ਉਹ ਤਾਂ ਗੱਲਾਂ ਹੋ ਗਈਆਂ। ਪਰ ਕਿਸਾਨ ਵੀਰਾਂ ਨੂੰ ਇਹ ਬੇਨਤੀ ਹੈ ਵੀ ਜਿਹੜੀਆਂ ਦਵਾਈਆਂ ਆ ਰਹੀਆਂ, ਜਿਹੜੀਆਂ ਸਸਤੇ ਸਾਲਟ ਆ ਜਿਹੜੇ ਆ ਰਹੇ, ਪ੍ਰੋਫੈਨੋਫਾਸ ਹੋਈ, ਇਥਨੋਲ, ਡਾਕਟਰ ਸਾਹਿਬ ਦੱਸੀਆਂ ਦੇ, ਉਹਨਾਂ ਨੇ ਥੋੜਾ ਗੌਰ ਕਰਨੀ, ਨਾ ਕਿ ਮਹਿੰਗੀਆਂ ਦਵਾਈਆਂ ਨਾਲ ਆਪਣਾ ਕੋਈ ਹੱਲ ਹੋਣਾਗਾ। ਮਹਿੰਗੀ ਦਵਾਈ ਕਰਤੀ ਉਹਦੇ ਨਾਲ ਆਪਣਾ ਛੇਤੀ ਮਰ ਜਾਊਗੀ, ਤੇ ਜਾਰੇ ਤਾਂ ਇਹ ਧਿਆਨ ਹੀ ਮੰਗਦੀ ਆ ਇਹ ਸੁੰਡੀ ਜੀ। ਬਸ ਮਿਹਨਤ ਭਾਲਦੀ ਆ। ਹਾਂ, ਮਿਹਨਤ ਵੀ ਖੇਤ ਜਾਣਾ ਪਊਗਾ, ਖੇਤ ਵੇਖਣਾ ਪਊਗਾ, ਬਸ ਇਹੀ ਆ ਜੀ। ਤੇ ਬਾਕੀ ਵਾੜੀ ਸੰਘਣੀ ਖੇਤੀ ਤੋਂ ਪਰਹੇਜ਼ ਕਰਨਾ ਪਊਗਾ। ਹੁਣ ਜਿਵੇਂ ਨਾਲਾਂ ਬੀਜੀ ਜਾਂਦੇ ਆ, ਜੇ ਆਪਾਂ ਸੰਘਣੀ ਖੇਤੀ ਕਰ ਵੀ ਲਈ ਤੇ ਉਹਦੇ ਵਿੱਚ ਗੜਾਈ ਵੇਲੇ ਆਪਣੇ ਬੂਟੇ ਪੱਟੇ ਵੀ ਜਾ ਸਕਦੇ ਆ, ਵਿਰਲਾ ਹੋ ਜਾਊਗਾ। ਬਸ ਇਹੀ ਆ ਜੀ ਥੋੜਾ। ਤੇ ਇਹਨਾਂ ਬਾਰੇ ਜਿਵੇਂ ਆਪਾਂ ਨੂੰ ਦੱਸਿਆ ਜੀ ਨਵਜੋਤ ਸਿੰਘ ਨੇ ਵੀ ਕਿਸਾਨਾਂ 'ਚ ਸਹਿਮ ਹੈ, ਉਹਨਾਂ 'ਤੇ ਕਿਤੇ ਨਾ ਕਿਤੇ ਜਾਣਕਾਰੀ ਦੀ ਵੀ ਘਾਟ ਹੈ। ਤੇ ਜੇ ਆਪਾਂ ਦੇਖੀਏ ਗੁਲਾਬੀ ਸੁੰਡੀ ਦਾ ਕੋਈ ਇਸ ਤਰ੍ਹਾਂ ਦੀ ਇੱਕ ਦਵਾਈ ਤਾਂ ਕੋਈ ਜਾਂ ਇੱਕ ਪੁਰਜਾ ਇਹੋ ਜਿਹਾ ਹੈ ਨਹੀਂ ਵੀ ਜਿਹੜਾ ਆਪਾਂ ਛੱਡੀਏ ਤੇ ਉਹ ਗੁਲਾਬੀ ਸੁੰਡੀ ਨੂੰ ਮਾਰ ਦੇ। ਤਾਂ ਇਹਦੇ ਤੇ ਯੂਨੀਵਰਸਿਟੀ ਪੱਧਰ ਤੇ ਡਾਕਟਰ ਸਾਹਿਬ ਕੀ ਕੁਝ ਕੀਤਾ ਜਾ ਰਿਹਾ, ਕਿਹੜੀਆਂ ਖੋਜਾਂ ਹੋ ਰਹੀਆਂ, ਕੋਈ ਥੋੜਾ ਜਿਹਾ ਉਹਦੇ ਬਾਰੇ ਵੀ ਕਿਸਾਨ ਵੀਰਾਂ ਨੂੰ ਦੱਸ ਦਿਓ। ਦੇਖੋ ਜੀ, ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਕਿਸਾਨਾਂ ਵਿੱਚ ਸਹਿਮ ਜ਼ਰੂਰ ਹੈਗਾ, ਡਰ ਬਹੁਤ ਡਰ ਵੀ ਹੈਗਾ, ਠੀਕ ਹੈ। ਇਹਦੇ ਵਿੱਚ ਦੇਖੋ ਹਰ ਇੱਕ ਜ਼ਿਲ੍ਹੇ 'ਚ ਖੇਤੀਬਾੜੀ ਮਹਿਕਮਾ ਤੇ ਹੈ ਹੀ ਹੈ, ਹਰ ਇੱਕ ਜ਼ਿਲ੍ਹੇ 'ਚ ਇੱਕ ਖੋਜ ਕੇਂਦਰ ਵੀ ਹੈ। ਖਾਸ ਕਰ ਤੁਸੀਂ ਜੇ ਬਠਿੰਡੇ ਏਰੀਏ 'ਚ ਕਹੋ, ਇੱਥੇ ਆਪਣਾ ਡੱਬ ਵਾਲੀ ਰੋਡ ਤੇ ਨਰਮੇ ਦਾ ਖੋਜ ਕੇਂਦਰ ਹੈ, ਫਰੀਦਕੋਟ 'ਚ ਖੋਜ ਕੇਂਦਰ ਹੈ, KVK ਮੁਕਤਸਰ ਹੈ। ਕਿਸਾਨ ਵੀਰਾਂ ਨੂੰ ਇਹ ਹੈ ਕਿ ਸਾਡੇ ਜਿਹੜੇ ਪੈਂਫਲੇਟ ਹੈ, ਜਿਹੜੇ ਗੁਲਾਬੀ ਸੁੰਡੀ ਦਾ ਜੋ ਕੁਝ ਕਰਨਾ ਹੈ ਉਹ ਦਿੱਤੇ ਹੋਇਆ ਹੈ, ਨੰਬਰ ਵੀ ਦਿੱਤੇ ਹੋਏ ਨੇ ਜੀ। ਇੱਥੇ ਵੀ ਹੈ ਕਿ ਮੈਂ ਤੁਹਾਨੂੰ ਇਹ ਵੀ ਕਹਾਂਗਾ ਕਿ ਤੁਸੀਂ ਮੇਰਾ ਨੰਬਰ ਵੀ ਇੱਥੇ ਅਨਾਊਂਸ ਕਰ ਦਿਓ ਕਿ ਜਿੱਥੇ ਕਿਤੇ ਫਾਰਮਰ ਨੂੰ ਲੱਗ ਰਿਹਾ ਹੈ ਕਿ ਕੋਈ ਸਮੱਸਿਆ ਹੈਗੀ ਹੈ, ਉਹ ਸਾਡੇ ਨਾਲ ਸੰਪਰਕ ਜ਼ਰੂਰ ਕਰਨ, ਜਿੱਥੇ ਉਹਨਾਂ ਨੂੰ ਕੋਈ ਸ਼ੰਕਾ ਹੈ ਗੁਲਾਬੀ ਸੁੰਡੀ ਦੇ ਬਾਰੇ। ਕਿਉਂਕਿ ਕਈ ਕਿਸਾਨ ਵੀਰੇ ਸੁਣ ਨਹੀਂ ਰਹੇ ਹੋਣੇ, ਜਾਂ ਕਈਆਂ ਨੇ ਸੁਣਿਆ ਫਿਰ ਉਹ ਗੱਲਾਂ ਨੂੰ ਪੂਰਾ ਨਹੀਂ ਸੁਣਿਆ ਕਦੇ, ਤੇ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ। ਅਸੀਂ ਉਹਨਾਂ ਨੂੰ ਵਿਸਤਾਰ ਸਹਿਤ ਇਹਦੇ ਬਾਰੇ ਦੱਸਾਂਗੇ। ਮੈਂ ਤੁਹਾਨੂੰ ਇੱਕ ਹੋਰ ਵੀ ਦੱਸਦਾ, ਦੇਖੋ ਯੂਨੀਵਰਸਿਟੀ ਨੇ ਆਪਣੀ ਪਹਿਲ ਕਦਮੀ ਇਹ ਤੋਂ ਪਹਿਲਾਂ ਹੀ ਰੱਖੀ ਹੈ ਜੀ। ਇਹਦੇ ਵਿੱਚ ਅਸੀਂ ਇੱਕ ਨਵੀਂ ਜਿਹੜੀ ਤਕਨੀਕ ਹੈ ਜੀ, ਨਵੀਂ ਟੈਕਨੀਕ ਜਿਹੜੀ ਹੈ ਮੀਟਿੰਗ ਡਿਸਰਪਸ਼ਨ, ਸੈਕਸ ਵਿਗਨ ਹੈਗਾ ਜੀ। ਅਸੀਂ ਉਹਦੇ 'ਚ ਕੀ ਹੈ ਕਿ ਉਹਦੇ 'ਚ ਇੱਕ ਪੇਸਟ ਆ ਰਿਹਾ ਹੈ, ਪੇਸਟ ਵੀ ਆ ਰਿਹਾ, ਇੱਕ ਰਿਬਨ ਵੀ ਆ ਰਿਹਾ, 2 ਕਿਸਮ ਦੀ ਆ ਰਹੀਆਂ ਨੇ। ਅਜੇ ਤੱਕ ਯੂਨੀਵਰਸਿਟੀ ਨੇ ਆਰਜੀ ਤੌਰ ਤੇ ਇਸ ਚੀਜ਼ ਦੀ ਸਿਫਾਰਿਸ਼ ਜਿਹੜੀ ਆ ਉਹ ਐਤਕੀ ਦੀ ਆਪਣੀ ਜਿਹੜੀ ਸੋਹਣੀ ਦੀ ਕਿਤਾਬ ਆ ਉਹਦੇ 'ਚ ਕਰ ਚੁੱਕੇ ਆ ਜੀ। ਉਹਦੇ 'ਚ ਕੀ ਹੈ ਕਿ ਉਹਦੇ 'ਚ ਇੱਕ ਪੇਸਟ ਹੈ ਜੀ, ਪੇਸਟ ਨੂੰਮਾ, ਇੱਕ ਜਿਸ ਤਰ੍ਹਾਂ ਟੂਥਪੇਸਟ ਤੁਸੀਂ ਸਵੇਰੇ ਯੂਜ਼ ਕਰਦੇ ਜੀ, ਬਿਲਕੁਲ ਉਹੋ ਜਿਹਾ ਹੀ ਪੇਸਟ ਹੈਗਾ, ਠੀਕ ਹੈ। ਉਸ ਪੇਸਟ 'ਚ ਜਿਹੜੀ ਆਪਣੀ ਮਾਦਾ ਦੀ ਗੰਧ ਹੈ ਜੀ, ਮਾਦਾ ਦੀ, ਇਹ ਕੀ ਕਰਦੇ ਆ, ਪੇਸਟ ਅਸੀਂ 400 ਪੁਆਇੰਟ
ਜੀ ਲਗਭਗ 400 ਜਿਹੜੇ ਸਪੌਟ ਨੇ ਬੂਟੇ ਤੇ ਜਿਹੜਾ ਪੱਤੇ ਦਾ ਜਿਹੜਾ ਜੋੜ ਹੈ ਉੱਥੇ ਇਹਨੂੰ ਮਟਰ ਦੇ ਦਾਣੇ ਨਾਲ ਲਾ ਦੇਣਾ ਹੈ ਜੀ। ਉਹਦੇ ਚੋਂ ਕੀ ਹੁੰਦਾ ਕਿ ਜਿਹੜੀ ਮਾਦਾ ਦੀ ਗੰਧ ਹੈ ਉਹਦੇ ਨਾਲ ਆਪਣਾ ਖੇਤ ਜਿਹੜਾ ਪੂਰਾ ਸੰਤ੍ਰਿਪਤ ਹੋ ਜਾਂਦਾ, ਭਰ ਜਾਂਦਾ ਉੱਥੇ। ਠੀਕ ਹੈ, ਮਤਲਬ ਉੱਥੇ ਮਾਦਾ ਦੀ ਗੰਧ ਹੀ ਗੰਧ ਹੈ, ਠੀਕ ਹੈ, ਆਰਟੀਫੀਸ਼ੀਅਲ ਮਾਦਾ ਦੀ ਗੰਧ ਜੀ। ਨਰ ਨੇ ਕੀ ਕਰਨਾ, ਨਰ ਨੇ ਜਦੋਂ ਗਿਆ, ਨਰ ਨੇ ਕਿਉਂਕਿ ਦੇਖੋ ਨਰ ਨੇ ਅੱਖਾਂ ਨਾਲ ਮਾਦਾ ਨੂੰ ਨਹੀਂ ਇੱਥੇ ਪਛਾਣਨਾ ਕੀੜਿਆਂ 'ਚ ਜੀ, ਨਰ ਨੇ ਪਛਾਣਨਾ ਹੈ ਮਾਦਾ ਨੂੰ ਉਹਦੀ ਗੰਧ ਨਾਲ ਜੀ। ਠੀਕ ਹੈ, ਕਿਉਂਕਿ ਉੱਥੇ ਮਾਦਾ ਦੀ ਗੰਧ ਜਿਹੜੀ ਹੈ ਇੰਨੀ ਜ਼ਿਆਦਾ ਹੈ ਜੀ, ਜਿਹੜਾ ਕੀੜਾ ਹੈ ਉਹ ਅਸਲੀ ਮਾਦਾ ਨੂੰ ਪਛਾਣ ਹੀ ਨਹੀਂ ਪਾਉਂਦਾ ਜੀ, ਉਹ ਕਨਫਿਊਜ਼ ਹੋ ਜਾਂਦਾ। ਹਾਂ, ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਅਸਲੀ ਜਿਹੜੀ ਮਾਦਾ ਕਿੱਥੇ ਆ। ਉਹ ਗੰਧ ਜਦੋਂ ਚਾਰੇ ਪਾਸੇ ਫੈਲ ਜਾਂਦੀ ਹੈ ਉਹਦਾ ਮੇਲ ਹੀ ਨਹੀਂ ਹੋਣਾ ਅਸਲੀ ਉਹ ਗੰਧ ਦੇ ਆਸੇ-ਪਾਸੇ ਹੀ ਘੁੰਮੀ ਜਾਂਦਾ ਬਸ, ਉਹ ਇਸ ਕਨਫਿਊਜ਼ਨ 'ਚ ਹੀ ਰਹਿੰਦਾ ਜੀ। ਮੀਟਿੰਗ ਡਿਸਰਪਸ਼ਨ, ਅੱਛਾ, ਜਿਹੜੀ ਮਾਦਾ ਉਹ ਉਹਨੂੰ ਮਿਲ ਨਹੀਂ ਰਹੀ, ਬਿਲਕੁਲ, ਪਰ ਉਹਦੀ ਗੰਧ ਆ ਰਹੀ ਆ। ਬਿਲਕੁਲ, ਗੰਧ ਉਹ ਉਹਨੂੰ ਮਿਲ ਰਹੀ ਕਿਉਂਕਿ ਗੰਧ ਉੱਥੇ ਆਲਰੇਡੀ ਜਿਹੜਾ ਆਪਣਾ ਖੇਤ ਹੈ ਉਹਦੇ ਨਾਲ ਸੰਤ੍ਰਿਪਤ ਹੋ ਚੁੱਕਿਆ, ਭਰ ਚੁੱਕਿਆ ਹੈ, ਠੀਕ ਹੈ, ਸੈਚੂਰੇਟ ਕਰਤਾ ਉਹਨੂੰ। ਜਾਣੀ ਅਸੀਂ ਕੀੜੇ ਨੂੰ ਭੰਬਲ ਭੂਸੇ ਦੇ ਵਿੱਚ ਪਾਉਣਾ। ਬਿਲਕੁਲ, ਤੁਸੀਂ ਜੱਟ ਕੀ ਭਾਸ਼ਾ ਵਿੱਚ ਜਿਹੜੀ ਗੱਲ ਕੀਤੀ ਨਾ ਸਹੀ ਇਹੀ ਗੱਲ ਹੈ ਕਿ ਭੰਬਲ ਭੂਸੇ 'ਚ ਪਾਤਾ ਉਹਨੂੰ, ਠੀਕ ਹੈ ਜੀ। ਤੇ ਉਹਦੇ ਨਾਲ ਕੀ ਹੈ, ਇਹ ਸਿਫਾਰਿਸ਼ ਅਸੀਂ ਕਰਤੀ ਹੈ ਐਤਕੀ, ਇਹਦੇ ਅਸੀਂ ਵੱਡੇ ਪੱਧਰ ਤੇ ਕੁਝ ਨਮਾਇਸ਼ੀ ਜਿਹੜੇ ਪਲਾਟ ਹੈ, ਖਾਸ ਕਰ ਜਿਹੜੇ ਜ਼ਿਲ੍ਹੇ ਬਹੁਤ ਜ਼ਿਆਦਾ ਜਿਨ੍ਹਾਂ ਨੂੰ ਨੁਕਸਾਨ ਹੋਇਆ, ਖਾਸ ਕਰ ਬਠਿੰਡਾ, ਮਾਨਸਾ, ਇਹਦੇ 'ਚ ਲਗਭਗ 15-15 2-2 ਹਜ਼ਾਰ ਜਿਹੜੇ ਕਿੱਲੇ ਦੇ ਅਸੀਂ ਟਰਾਇਲ ਜਿਹੜੇ ਆ ਉਹ ਲਗਾਵਾਂਗੇ ਫਾਰਮਰਸ ਨੂੰ ਡਿਫੈਂਸ। ਤੇ ਜਿਹੜੀਆਂ ਇਹਦੀਆਂ ਕੰਪਨੀਆਂ ਨੇ ਜਿਹੜੀ ਉਹ ਇਹ ਵੀ ਕਹਿ ਰਹੀਆਂ ਕਿ ਅਸੀਂ ਇਹਨੂੰ ਜਿਹੜਾ ਹੈਗਾ ਉਹ ਸੇਲ ਵੀ ਕਰਨਗੇ, ਠੀਕ ਹੈ। ਟੈਕਨੋਲੋਜੀ ਮਹਿੰਗੀ ਜ਼ਰੂਰ ਹੈਗੀ ਹੈ, ਠੀਕ ਹੈ, ਬਟ ਉਹਦਾ ਇਹ ਹੈ ਕਿ ਕੀਟਨਾਸ਼ਕ ਜੇ ਤੁਸੀਂ 4 ਜਾਂ 5 ਸਪਰੇਅ ਕਰਦੇ ਸ਼ੁਰੂ ਹੋਏ, ਠੀਕ ਹੈ, ਤੇ ਉਹ ਵੀ ਕੀਮਤ 19 ਪੈਣੀ ਹੈ ਤੇ ਇਹਦਾ ਕੀਮਤ ਵੀ 19 ਪੈਣੀ ਹੈ, ਠੀਕ ਹੈ ਜੀ। ਤੇ ਜਿਹੜੀ ਟੈਕਨੋਲੋਜੀ ਕਾਰਗਰ ਵੀ ਹੈ, ਲੇਕਿਨ ਇਹਦੇ ਵਿੱਚ ਇੱਕ ਗੱਲ ਜ਼ਰੂਰ ਸਮਝਣੀ ਹੈ ਕਿ ਇਹਦਾ ਜਿਹੜਾ ਇੱਕ ਸਹੀ ਸਮੇਂ ਤੇ ਜਦੋਂ ਹੀ ਨਰਮਾ ਫੁੱਲ ਬੂਗੀ ਬਣ ਗਈ ਨਾ, ਉਸ ਟਾਈਮ ਤੇ ਇਹਨੂੰ ਲਗਾ ਦੇਣਾ ਤੇ 3 ਵਾਰੀ ਇਹਨੂੰ ਲਾਣਾ ਹੈ, ਫਿਰ 30 ਦਿਨਾਂ ਦੇ ਵਕਫੇ ਤੇ। ਮਤਲਬ ਇੱਕ ਵਾਰੀ ਪਹਿਲੇ ਲਾਤਾ ਜਦੋਂ ਨਰਮੇ ਫੁੱਲ ਬੂਗੀ ਆ ਗਈ, ਫਿਰ ਉਸ ਤੋਂ ਬਾਅਦ 30 ਦਿਨਾਂ ਬਾਅਦ ਇਹਨੂੰ ਲਗਾਉਣਾ ਹੈ, ਠੀਕ ਹੈ। ਤੇ ਉਸ ਤਰੀਕੇ ਨਾਲ ਅਸੀਂ ਇਹ ਮਤਲਬ ਨਰਮੇ ਜਿਹੜੀ ਅਗਾਂਹ ਵਧੂ, ਮੈਂ ਤੁਹਾਨੂੰ ਜਿਹੜੀ ਤੁਸੀਂ ਗੱਲ ਕੀਤੀ ਸੀ ਕਿ ਯੂਨੀਵਰਸਿਟੀ ਕੀ ਪਹਿਲ ਕਦਮੀ ਆ ਰਹੀ ਹੈ, ਕੀ ਕੁਛ ਹੈਗਾ, ਨਵੀਂ ਤਕਨੀਕ ਬਾਰੇ ਕੀ ਕੁਛ ਕਰ ਰਹੀ ਹੈ, ਠੀਕ ਹੈ। ਉਸ ਤੋਂ ਇਲਾਵਾ ਜਿਹੜੇ ਹੈ ਯੂਨੀਵਰਸਿਟੀ ਨੇ ਜਿਸ ਤਰ੍ਹਾਂ ਆਪਣੀ ਕਈ ਜਿਹੜੇ ਕੀਟਨਾਸ਼ਕ ਨੇ ਜਿਹਦੇ ਵਿੱਚ ਐਮਾਮੈਕਟਿਨ ਜਿਹੜਾ ਹੈਗਾ ਉਹ ਅਸੀਂ ਸਿਫਾਰਿਸ਼ ਕੀਤਾ ਹੈ, ਠੀਕ ਹੈ। ਤੇ ਇੱਕ ਹੋਰ ਜ਼ਰੂਰ ਜਿਹੜੀ ਗੱਲ ਹੈਗੀ ਹੈ ਕਿਸਾਨ ਵੀਰਾਂ ਨੂੰ ਮੈਂ ਦੱਸਦਾ ਕਿ 2 ਕਿਸਮ, ਕਿਉਂਕਿ ਇਹਨਾਂ ਦੀ ਵੀ ਇੱਕ ਜਿਹਨੂੰ ਕਹੇ ਇੱਕ ਕੁੰਭਾ ਹੈ ਕੀਟਨਾਸ਼ਕਾਂ ਦਾ, ਕੁੰਭਾ ਹੈ ਕਿ ਕੋਈ ਕੀਟਨਾਸ਼ਕ ਕਿਸੇ ਗਰੁੱਪ 'ਚੋਂ ਆਉਂਦਾ ਹੈ, ਕੋਈ ਕੀਟਨਾਸ਼ਕ ਕਿਸੇ ਗਰੁੱਪ 'ਚੋਂ ਆਉਂਦਾ। ਬਿਲਕੁਲ, ਇੱਕ ਗਰੁੱਪ ਹੈਗਾ ਜਿਹਨੂੰ ਸਿੰਥੈਟਿਕ, ਕਿਸਾਨ ਵੀਰ ਇਸ ਨਾਂ ਨਾਲ ਜਾਂਦੇ ਆ ਸਿੰਥੈਟਿਕ, ਠੀਕ ਹੈ। ਸਿੰਥੈਟਿਕ ਜਿਹੜੇ ਕੀਟਨਾਸ਼ਕ ਹੈਗੇ ਜਿਹਦੇ ਵਿੱਚ ਡੈਨੀਟੇਲ ਹੋ ਗਿਆ, ਸਾਈਪਰਮੈਥਰਿਨ ਹੋ ਗਿਆ, ਡੈਲਟਾਮੈਥਰਿਨ ਹੋ ਗਿਆ, ਲੈਮਡਾ ਹੋ ਗਿਆ, ਠੀਕ ਹੈ। ਇਹ ਕੀਟਨਾਸ਼ਕ ਜਿਹੜੇ ਹੈਗੇ ਆ ਇਹ ਅਸੀਂ ਸਤੰਬਰ ਦੇ ਮਹੀਨੇ ਤੱਕ ਨਹੀਂ ਖੇਤ 'ਚ ਵਾੜਨੇ, ਠੀਕ ਹੈ ਜੀ। ਉਹਦਾ ਕਾਰਨ ਇਹ ਹੈ, ਇਹ ਕੀਟਨਾਸ਼ਕ ਚਿੱਟੇ ਮੱਛਰ ਨੂੰ ਵਧਾਉਂਦੇ ਆ, ਠੀਕ ਹੈ। ਇਹ ਨਾ ਹੋਵੇ ਅਸੀਂ ਇੱਕ ਸਮੱਸਿਆ ਦਾ ਹੱਲ ਕਰੀਏ ਦੂਜੀ ਪੈਦਾ ਕਰ ਦਈਏ, ਕਿਉਂਕਿ ਜੇ ਅਸੀਂ ਕਿਤੇ ਆਪਣਾ ਜਿਹੜਾ ਮਹੀਨਾ ਹੈਗਾ ਜੁਲਾਈ ਅਗਸਤ 'ਚ ਇਹਨਾਂ ਨੂੰ ਵਾੜਤਾ ਤੇ ਚਿੱਟੇ ਮੱਛਰ ਦਾ ਹਮਲਾ ਇਹ ਅਸੀਂ ਆਪਣੇ ਤਜਰਬਿਆਂ 'ਚ ਦੇਖਿਆ ਹੋਇਆ ਕਿ ਇਹ ਜਿਹੜੇ ਕੀਟਨਾਸ਼ਕ ਹੈ ਇਸ ਚੀਜ਼ ਤੋਂ ਗੁਰੇਜ਼ ਜ਼ਰੂਰ ਕਰਨੀ ਹੈ। ਤੁਹਾਡੇ ਕੋਲ ਉਹਦੇ ਵਾਸਤੇ ਹੋਰ ਈਥੀਓਨ ਹੈ, ਬਹੁਤ ਕੈਮਿਸਟਰੀਜ਼ ਨੇ ਆਪਣੇ ਕੋਲ। ਆਪਣੀ ਜਿਹੜੀ ਸੋਹਣੀ ਦੀ ਕਿਤਾਬ ਹੈ ਉਹਨੂੰ ਕਿਸਾਨ ਵੀਰ ਜ਼ਰੂਰ ਪੜ੍ਹਨ। ਮੈਂ ਉਹੀ ਕਹਿ ਰਿਹਾ, ਜੇ ਨਹੀਂ ਹੈ ਸਾਡੇ ਨਾਲ ਸੰਪਰਕ ਕਰਨ, ਜੇ ਨਹੀਂ ਹੈ ਖੇਤੀਬਾੜੀ ਮਹਿਕਮੇ ਨਾਲ ਸੰਪਰਕ ਕਰਨ। ਬਿਲਕੁਲ ਸਾਰੇ ਇਸ ਵਕਤ ਜਿਹਨੂੰ ਕਹਿ ਰਿਹਾ ਸੁਚੇਤ ਹੈ ਜੀ, ਪੂਰੇ ਤਿਆਰ ਬੈਠੇ ਹੈ ਕਿ ਅਸੀਂ ਜਿਹੜਾ ਨਰਮੇ ਨੂੰ ਬਿਲਕੁਲ ਉੱਦਾਂ ਦਾ ਪਿਛਲੇ ਸਾਲ ਦਾ ਜਿਹੜਾ ਹਮਲਾ ਆਪਦੇ ਹਾਲ ਤੇ ਨਹੀਂ ਛੱਡਾਂਗੇ, ਅਸੀਂ ਉਹਨੂੰ ਸਿਰੇ ਲਾਵਾਂਗੇ, ਬਿਲਕੁਲ ਸਿਰੇ ਲਾਵਾਂਗੇ, ਬਿਲਕੁਲ। ਤੇ ਸਰਦਾਰ ਨਵਜੋਤ ਸਿੰਘ, ਇੱਕ ਹੋਰ ਮੇਰੇ ਜ਼ਿਹਨ 'ਚ ਸਵਾਲ ਆ ਰਿਹਾ ਜੀ ਵੀ ਸਾਡੇ ਜਿਹੜੇ ਕਿਸਾਨ ਹੈ ਨਾ ਉਹ ਗੁਜਰਾਤ ਵਾਲੇ ਬੀਆਂ ਪਿੱਛੇ ਬੜਾ ਭੱਜਦੇ ਆ, ਹਾਂਜੀ, ਜਾਂ ਹੋਰ ਗੁਜਰਾਤ ਤੋਂ ਬਿਨਾਂ ਹੋਰ ਵੀ ਜਿਹੜੇ ਉਹਨਾਂ ਨੂੰ ਲੱਗਦਾ ਕੀ ਕਾਰਨ ਹੈ ਉਹਦੇ 'ਚ, ਉਹ ਸਸਤਾ ਹੈ ਜਾਂ ਕੋਈ ਹੋਰ ਕਾਰਨ ਹੈ ਵੀ ਸਾਨੂੰ ਬੜਾ ਉਧਰ ਨੂੰ ਅਸੀਂ ਗੱਡੀਆਂ ਭਰ ਕੇ ਜਾਂਦੇ ਹਾਂ ਤੇ ਸਿਫਾਰਿਸ਼ ਵਾਲੇ ਛੱਡ ਦਿੰਦੇ ਹਾਂ, ਉਧਰ ਨੂੰ ਅਸੀਂ ਜਾਂਦੇ ਹਾਂ ਜਿਹਦਾ ਕੋਈ ਬਿੱਲ ਨਹੀਂ ਹੁੰਦਾ, ਕੋਈ ਕਿਸੇ ਤਰ੍ਹਾਂ ਦੀ ਉਹਦੀ ਸਿਫਾਰਿਸ਼ ਨਹੀਂ ਹੁੰਦੀ ਤੇ ਫਿਰ ਸਾਡਾ ਨੁਕਸਾਨ ਹੋ ਜਾਂਦਾ। ਉਹਦਾ ਕੀ ਕਾਰਨ ਹੈ? ਤੁਸੀਂ ਕਿਸਾਨਾਂ 'ਚ ਰਹਿੰਦੇ ਹੋ, ਖੁਦ ਕਿਸਾਨ ਹੋ, ਕੀ ਕਾਰਨ ਹੈ ਉਹਦੇ ਵਿੱਚ? ਪਹਿਲਾਂ ਤਾਂ ਐਂ ਸੀ ਵੀ ਇਹਨਾਂ ਨੂੰ ਥੋੜ੍ਹਾ ਜਿਹਾ ਪਹਿਲਾਂ ਵਾਲੇ ਜਿਹੜੇ ਪਿਛਲੇ ਸਾਲ ਸੀ ਉਹਦੇ ਵਿੱਚ ਐਂ ਵੀ ਝਾੜ ਥੋੜ੍ਹਾ ਜ਼ਿਆਦਾ ਰਹਿੰਦਾ ਇਹਦੇ ਵਿੱਚ, ਠੀਕ ਹੈ, ਇਹਨਾਂ ਦੇ ਵਿੱਚ। ਪਰ ਹੁਣ ਜਿਹੜਾ ਹੁਣ ਆਹ 2022 ਬਰਾ ਚੱਲ ਰਿਹਾ ਹੈਗਾ ਇਹਦੇ ਵਿੱਚ ਕਿਸਾਨਾਂ ਨੂੰ ਤਾਂ ਭਰਮਾਇਆ ਗਿਆ ਵੀ 3G ਆ ਗਿਆ, 4G ਆ ਗਿਆ, ਜੇ ਕੁਛ ਵੀ ਨਹੀਂ ਆਇਆ ਹਜੇ। ਤਕਨੀਕ ਅਗਲੀ ਆ ਗਈ, ਤਕਨੀਕ ਅਗਲੀ ਆ ਗਈ, ਪਰ ਤਕਨੀਕ ਅਗਲੀ ਆਈ ਹੁੰਦੀ ਅਸਲ 'ਚ ਨਹੀਂ ਆਈ। ਜੇ ਤਕਨੀਕ ਆਈ ਹੁੰਦੀ ਜਿਹੜੀਆਂ ਇੱਥੇ ਕੰਪਨੀਆਂ ਬੈਠੀਆਂ ਜੀ ਉਹ ਕਿਹੜਾ ਨਾਂ ਪੇਸ਼ ਕਰਦੀਆਂ, ਤੇ ਇੱਥੇ 2 ਤੇ ਆ ਹਜੇ ਇਹ,
ਜੀ ਬੋਲਡ ਗਾਰਡ 2 ਦੇ ਨਾਂ ਤੇ ਹੀ ਆਉਂਦਾ। ਜੀ। ਹਜੇ ਕੋਈ ਕਿਸਾਨ ਵੀਰਾਂ ਨੂੰ ਮੈਂ ਕਹਿਣਾ ਨਾ 3 ਆਇਆ ਨਾ 4 ਆਇਆ, ਕੋਈ ਜੀ। ਨਹੀਂ ਆਇਆ ਹਜੇ। ਕੁਝ ਮੇਲੇ ਦੇ ਵਿੱਚ ਕੋਈ ਫਾਇਦਾ ਨਹੀਂ ਪੈਣ ਦਾ। ਤੇ ਜੀ। ਬਾਕੀ ਉਹ ਵੇਖੇ ਹੋਣਗੇ ਵੀਡੀਓ ਕਿਸਾਨਾਂ ਨੇ ਵੀ ਆ ਰਹੇ ਮੋਬਾਈਲਾਂ ਤੇ, ਉਹ ਬੀਂ ਫੋਕਾ ਨਿਕਲ ਰਿਹਾ, ਵਾਹਣ ਦੇ ਵਿੱਚ ਉੱਗਰ ਨਹੀਂ ਰਿਹਾ, ਜੀ। ਪਰ ਉਹਦੇ ਵਿੱਚ ਸਮੱਸਿਆ ਆ ਰਹੀ। ਪਰ ਜਿਹੜਾ ਇੱਥੋਂ ਵਾਲਾ ਬੀਂ ਆ ਰਿਹਾ ਗਾ ਉਹ ਯੂਨੀਵਰਸਿਟੀ ਨਾਲ ਰਿਕਮੈਂਡਡ ਆ, ਉਹੀ ਬੀਜਣਾ ਚਾਹੀਦਾ ਗਾ। ਜੀ, ਅਸੀਂ ਠੱਗੇ ਨਾ ਜਾਈਏ। ਹਾਂ, ਠੱਗੇ ਮੋਟੀ ਨਾ ਗੱਲ ਹੈ। ਜਾਈਏ ਜੀ। ਤੇ ਇਹਦੇ ਬਾਰੇ ਮੈਂ ਤੁਹਾਨੂੰ ਵੀ ਡਾਕਟਰ ਸਾਹਿਬ ਪੁੱਛਣਾ ਸੀ ਵੀ ਇਹ ਗੁਜਰਾਤ ਵਾਲੇ ਜਿਹੜੇ ਬੀ ਹੈ ਜਾਂ ਹੋਰ ਸਟੇਟਾਂ ਚੋਂ ਅਸੀਂ ਲੈ ਕੇ ਆਉਂਦੇ ਆ ਤੇ ਕੋਈ ਬਿੱਲ ਨਹੀਂ ਹੁੰਦਾ, ਕੁਝ ਨਹੀਂ ਹੁੰਦਾ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬਿਲਕੁਲ ਦੇਖੋ ਜੀ, ਸਾਨੂੰ ਕਿਸਾਨ ਵੀਰ ਨੇ ਬਿਲਕੁਲ ਕਲੀਅਰਲੀ ਦੱਸਤਾ ਜੀ। ਕਿ ਇਹਦਾ ਗੱਲ ਇਹ ਹੈ ਕਿ ਅਸੀਂ ਪਿਛਲੇ ਸਾਲ ਜਿੱਥੇ ਕਿਤੇ ਸਾਨੂੰ ਲੱਗਿਆ ਕਿ ਹਾਂ ਕਹਿ ਰਿਹਾ ਕਿ ਗੁਜਰਾਤ ਵਾਲਾ ਬੀਜ ਜਿਹੜਾ ਕਿਸਾਨ ਨੇ ਬੀਜਿਆ ਸੀ, ਅਸੀਂ ਉੱਥੇ ਗਏ ਹਾਂ। ਅਸੀਂ ਉਹਨਾਂ ਨੂੰ ਕੁਛ ਨਹੀਂ, ਅਸੀਂ ਖਾਲੀ ਇਹ ਦੇਖਿਆ ਕਿ ਕੀ ਉਹਦੇ 'ਚ ਕੋਈ ਹਮਲਾ ਘੱਟ ਸੀਗਾ। ਜੀ। ਠੀਕ ਹੈ। ਜਾਂ ਮੈਂ ਗੁਜਰਾਤ ਵੀ ਗਿਆ, ਮੈਂ ਕਰਨਾਟਕਾ ਜਾ ਕੇ ਆਇਆ। ਅਸੀਂ ਇਹ ਦੇਖਣ ਵਾਸਤੇ ਗਏ ਸੀ ਕਿ ਕੀ ਉਹਨਾਂ ਕੋਲ ਕੋਈ ਇਹੋ ਜਿਹੀ ਤਕਨੀਕ ਹੈਗੀ ਹੈ ਜਿਹੜੀ ਅਜੇ ਤੱਕ ਜਿਹੜੀ ਹੈਗੀ ਆ, ਜਿਹੜੀ ਬਿਲਕੁਲ ਆਪਾਂ ਨੂੰ ਇਹ ਹੈ ਕਿ ਅਜੇ ਉਹੋ ਜਿਹਾ ਕੋਈ ਹੋਰ ਟੈਕਨੋਲੋਜੀ ਜਿਹੜੀ ਹੈ ਭਾਰਤ ਸਰਕਾਰ ਵੱਲੋਂ ਪ੍ਰਮਾਣਿਤ ਹੋਈ ਨਹੀਂ ਹੈ। ਜੀ। ਜਿਹੜੇ ਵੀ ਵਡੇਵੇਂ ਜਿਹੜੇ ਵੀ ਬੀ ਆ ਰਹੇ ਆ, ਉਹਨਾਂ ਵਿੱਚ ਵੀ ਦੇਖਿਆ ਗਿਆ ਕਿ ਉਹਨਾਂ ਵਿੱਚ ਵੀ ਮੋਰੀਆਂ ਜਿਹੀਆਂ ਹੋਈਆਂ ਪਈਆਂ ਨੇ। ਇਸ ਕਰਕੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਬਹੁਤੇ ਚੱਕਰ 'ਚ ਨਾ ਪਿਓ। ਕੋਈ ਵੀ ਇਹੋ ਜਿਹਾ ਬੀ ਅਜੇ ਤੱਕ ਨਹੀਂ ਹੈਗਾ ਜਿਹੜਾ ਕਿ ਗੁਲਾਬੀ ਸਿੰਧੀ ਦਾ ਜਿਹੜਾ ਹੈ ਟਾਕਰਾ ਕਰ ਸਕੇ। ਜੀ। ਸਾਡੇ ਕੋਲ ਇਹ BT2 ਜਿਹੜਾ BT2 ਹੀ ਹੈ, ਉਸ ਤੋਂ ਇਲਾਵਾ ਹੈਗੀਆਂ ਨੇ ਜੀਨ ਜ਼ਰੂਰ ਹੈਗੇ, ਲੇਕਿਨ ਉਹ ਜੀਨ ਅਜੇ ਜਿਹੜੇ ਆ ਸਹੀ ਤਰੀਕੇ ਨਾਲ ਟੈਸਟ ਨਹੀਂ ਹੋਏ ਆ। ਉਹਨਾਂ ਦੇ ਰਿਜ਼ਲਟ ਸਾਨੂੰ ਬਹੁਤੇ ਵਧੀਆ ਨਹੀਂ ਲੱਗੇ ਆ। ਸਿਫਾਰਿਸ਼ਾਂ ਨਹੀਂ ਹੋਈਆਂ। ਬਿਲਕੁਲ ਜੀ, ਸਿਫਾਰਿਸ਼ਾਂ ਨਹੀਂ ਹੋਈਆਂ। ਉਸ ਪਾਸੇ ਨਾ ਜਾਣ, ਆਪਣਾ ਨੁਕਸਾਨ ਨਾ ਕਰਨ। ਤਾਂ ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਸਰਦਾਰ ਨਵਜੋਤ ਸਿੰਘ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਬਹੁਤ ਵਧੀਆ ਇੱਕ ਵਿਚਾਰ ਚਰਚਾ 'ਚ ਹਿੱਸਾ ਲਿਆ ਤੇ ਉਮੀਦ ਹੈ ਜਿਹੜੇ ਸਾਡੇ ਕਿਸਾਨ ਵੀਰ ਹੈ ਜਿਨ੍ਹਾਂ ਨੂੰ ਅਸੀਂ ਇਹ ਸਾਰੀ ਗੱਲਬਾਤ ਸੁਣਾਈ ਹੈ ਤਾਂ ਉਹ ਸੁਚੇਤ ਹੋਣਗੇ ਔਰ ਇੱਕ ਪਾਸੇ ਮਾਹਰਾਂ ਦਾ ਜਿਹੜਾ ਪੱਖ ਹੈ ਤੇ ਦੂਜੇ ਪਾਸੇ ਸਾਡੇ ਕਿਸਾਨਾਂ ਦਾ ਪੱਖ ਹੈ, ਦੋਵੇਂ ਪੱਖ ਨੂੰ ਅੱਜ ਇੱਕ ਮੰਚ ਤੇ ਅਸੀਂ ਤੁਹਾਡੇ ਸਾਹਮਣੇ ਰੱਖਿਆ ਤੇ ਉਮੀਦ ਆ ਆਪਾਂ ਇਹ ਤੋਂ ਸਿੱਖਾਂਗੇ ਤੇ ਆਪਣੀ ਇੱਕ ਸਫਲ ਨਰਮੇ ਦੀ ਖੇਤੀ ਆਪਾਂ ਕਰਾਂਗੇ। ਤੇ ਸਾਡੇ ਦੋਨੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਮੈਂ ਹੁਣ ਚੱਲਦੇ ਚੱਲਦੇ ਕਿਸਾਨ ਵੀਰਾਂ ਨੂੰ ਮੌਸਮ ਦਾ ਹਾਲ ਦੱਸ ਦਈਏ